ਗੋਸ਼ਟ ਵਿਚਾਰ ਕਰਦਿਆਂ ਹੋਇਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਜਪਜੀ ਸਾਹਿਬ ਗੁਰਬਾਣੀ ਦੇ ਪਾਠ ਉਚਾਰਨ ਕੀਤਾ, ਸਿੱਧਾਂ ਦੇ ਬੇਨਤੀ ਕਰਨ ਤੇ ਇਹ ਮਹਾਰਾਜ ਸੱਚੇ ਪਾਤਸ਼ਾਹ, ਜਿਸ ਪਰਮੇਸ਼ਰ ਦੇ ਨਾਮ ਨੂੰ ਆਪ ਨੇ ਉੱਤਮ ਦਰਸਾਇਆ, ਉਸ ਪਰਮੇਸ਼ਰ ਦੇ ਨਾਮ ਦਾ ਸਰਵਣ ਕਰਨ ਦਾ ਕਿੰਨਾ ਕੁ ਮਹਾਤਮ ਹੈ। ਸਤਿਗੁਰੂ ਜੀ ਨੇ 4 ਪੌੜੀਆਂ ਸੁਣਨ ਦੇ ਪ੍ਰਥਾਏ ਉਚਾਰਨ ਕੀਤੀਆਂ ਨੇ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਜੋ ਕੱਲ੍ਹ ਦੇ ਦੀਵਾਨ ਵਿੱਚ ਬਖਸ਼ਿਸ਼ ਕੀਤੀ ਸੀ, ਸੁਣਿਆ ਸਾਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤ ਸਾਹ, ਸੁਣਿਆ ਅੰਧੇ ਪਾਵਹਿ ਰਾਹ, ਸੁਣਿਆ ਹਾਥ ਹੋਵੈ ਅਸਗਾਹ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਇਸ ਪੌੜੀ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ, ਸਿੱਧੋ ਪਰਮੇਸ਼ਰ ਦੇ ਨਾਮ ਸਰਵਣ ਕਰਨੇ ਕਰਕੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਐਸੀ ਬਖਸ਼ਿਸ਼ ਹੋ ਜਾਂਦੀ ਹੈ, ਜੀਵ ਤੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਜਿਵੇਂ ਜਿਵੇਂ ਪਰਮਾਤਮਾ ਦਾ ਨਾਮ ਸਰਵਣ ਕਰਦਾ ਹੈ, ਤਿਵੇਂ ਤਿਵੇਂ ਜੀਵ ਦੇ ਪਾਪ ਦੁੱਖ ਕੱਟੇ ਜਾਂਦੇ ਹੈ। ਸਾਧ ਸੰਗਤ ਜੀ, ਇਹ ਜੋ ਸੁਣਿਆ ਜਾਂ ਪਾਠ ਜਿਹੜਾ ਉਚਾਰਨ ਕਰਨਾ ਹੈ, ਕਈ ਵਾਰ ਅਣਗਹਿਲੀ ਨਾਲ ਅਸੀਂ ਸੁਣੀਆ ਜਾਂ ਸੁਣਿਆ ਪਾਠ ਬੋਲ ਦਿੰਦੇ ਹਾਂ। ਇਹ ਵੀ ਸਾਨੂੰ ਨਾਲ ਦੇ ਨਾਲ ਖਿਆਲ ਰੱਖਣਾ ਚਾਹੀਦਾ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਪਾਠ ਉਚਾਰਨ ਕੀਤਾ, ਸੁਣਿਆ, ਐੜੇ ਨੂੰ ਦੁਲਾਵਾਂ ਲੱਗੀਆਂ ਹੋਈਆਂ ਨੇ। ਤੇ ਜਿੰਨੀ ਦੇਰ ਤੱਕ ਗੁਰਬਾਣੀ ਦੀ ਸੰਥਿਆ ਨਾ ਕੀਤੀ ਜਾਵੇ, ਇਹਨਾਂ ਪਾਠਾਂ ਦਾ ਸਾਧ ਸੰਗਤ ਜੀ ਭੇਦ ਨਹੀਂ ਪਤਾ ਲੱਗਦਾ। ਕਿਉਂਕਿ ਜਿਵੇਂ ਕੋਈ ਇਹ ਜੇ ਪਾਠ ਆਉਂਦੇ ਆ, ਨਾਲ ਦੇ ਨਾਲ ਬੇਨਤੀ ਕਰੀ ਜਾ ਰਿਹਾ, ਗੁਰਮੁਖੀ ਅਤੇ ਪੰਜਾਬੀ ਭਾਸ਼ਾ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ। ਸੁਤੇ ਹੀ ਅਸੀਂ ਕਈ ਵਾਰ ਸੁਤੇ ਸਿੱਧ ਬੋਲ ਦਿੰਦੇ ਹਾਂ ਕਿ ਸਾਨੂੰ ਤਾਂ ਪੰਜਾਬੀ ਪੜ੍ਹਨੀ ਆਉਂਦੀ ਹੈ, ਤੇ ਗੁਰਮੁਖੀ ਭਾਸ਼ਾ ਬੋਲਣੀ ਸਾਡੇ ਵਾਸਤੇ ਕਿਹੜੀ ਔਖੀ ਗੱਲ ਹੈ। ਠੀਕ ਹੈ ਸਾਧ ਸੰਗਤ ਜੀ, ਪੰਜਾਬੀ ਜਿਹੜੀ ਭਾਸ਼ਾ ਹੈ ਇਹ ਗੁਰਮੁਖੀ ਅੱਖਰਾਂ ਨੂੰ ਬੁਲਾਉਣ ਦੇ ਵਿੱਚ ਸਹਾਇਕ ਜ਼ਰੂਰ ਹੈ, ਪਰ ਪੂਰਾ ਕੋਈ ਦਾਅਵਾ ਨਹੀਂ ਕਰ ਸਕਦਾ ਕਿ ਮੈਂ ਗੁਰਬਾਣੀ ਦੀ ਸੰਥਿਆ ਕੀਤੇ ਬਿਨਾਂ ਹੀ ਮੈਨੂੰ ਤਾਂ ਪੰਜਾਬੀ ਪੜ੍ਹਨੀ ਆਉਂਦੀ, ਮੈਂ ਗੁਰਮੁਖੀ ਸ਼ੁੱਧ ਪੜ੍ਹ ਸਕਦਾ। ਇਹ ਸਾਧ ਸੰਗਤ ਜੀ, ਗੁਰਬਾਣੀ ਦੀ ਸੰਥਿਆ ਕਰਨੀ ਪੈਂਦੀ ਹੈ। ਇਸ ਲਈ ਨਾਲ ਇਹ ਵੀ ਖਿਆਲ ਰੱਖਣਾ ਕਿ ਸੁਣੀਐ ਜਾਂ ਸੁਣਿਆ ਪਾਠ ਨਹੀਂ ਕਰਨਾ ਚਾਹੀਦਾ। ਸੁਣਿਐ ਸੱਸੇ ਔਂਕੜ ਅਣਾਣੇ ਸਿਹਾਰੀ ਤੇ ਐੜੇ ਨੂੰ ਦੁਲਾਵਾਂ, ਇਹ ਮਾਤਰਾਵਾਂ ਪੂਰੀਆਂ ਬੁਲਾਉਣੀਆਂ ਚਾਹੀਦੀਆਂ ਨੇ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਇਹ 4 ਪੌੜੀਆਂ ਸੁਣਿਆਂ ਦੇ ਪ੍ਰਥਾਏ ਉਚਾਰਨ ਕੀਤੀਆਂ। ਫਿਰ ਸਿੱਧਾਂ ਨੇ ਬੇਨਤੀ ਕੀਤੀ, ਹੈ ਮਹਾਰਾਜ ਸੱਚੇ ਪਾਤਸ਼ਾਹ, ਪਰਮਾਤਮਾ ਦੇ ਨਾਮ ਦਾ ਆਪਣੇ ਸਰਵਣ ਦਾ ਮਹਾਤਮ ਦੱਸਿਆ ਹੈ, ਹੁਣ ਕਿਰਪਾ ਕਰੋ ਜੋ ਪਰਮੇਸ਼ਰ ਦੇ ਨਾਮ ਦਾ ਮੰਨਣ ਕਰਦੇ ਹੈ, ਉਹਨਾਂ ਦੇ ਪ੍ਰਥਾਏ ਆਪ ਕਿਰਪਾ ਕਰਕੇ ਸਾਨੂੰ ਉਪਦੇਸ਼ ਬਖਸ਼ੋ। ਹੇ ਮਹਾਰਾਜ ਸੱਚੇ ਪਾਤਸ਼ਾਹ, ਕਿੱਦਾਂ ਦੀ ਉਹਨਾਂ ਦੀ ਮਰਜ਼ਾਦਾ ਹੈ, ਕਿਹੋ ਜਿਹੀ ਉਹਨਾਂ ਦੀ ਗਤੀ ਹੈ ਜਿਨ੍ਹਾਂ ਨੇ ਸੁਣ ਕੇ ਮੰਨਣ ਕੀਤਾ ਹੈ। ਸਾਧ ਸੰਗਤ ਜੀ, ਜਿਵੇਂ 4 ਪੌੜੀਆਂ ਸੁਣਨ ਦੇ ਪ੍ਰਥਾਏ ਉਚਾਰੀਆਂ ਨੇ, ਇਸੇ ਤਰ੍ਹਾਂ 4 ਪੌੜੀਆਂ ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਨੇ ਮੰਨਣ ਦੇ ਪ੍ਰਥਾਏ ਉਚਾਰਨ ਕੀਤੀਆਂ ਨੇ। ਫਿਰ ਅੱਗੇ ਜੋ 5 ਪ੍ਰਵਾਨ 5 ਪ੍ਰਧਾਨ ਵਾਲੀ ਪੌੜੀ ਹੈ, ਇਹਨਾਂ ਦੇ ਆਸਣ ਕਮਾਈ ਦਾ ਸਾਧਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਥੇ ਜ਼ਿਕਰ ਕੀਤਾ। ਗਰੀਬ ਨਵਾਜ, ਕਿਉਂਕਿ ਸ਼ਰਵਣ ਮੰਨਣ ਅਤੇ ਨਿਧਿਆਸਣ ਸਭ ਤੋਂ ਪਹਿਲਾਂ ਸੁਣਿਆ ਜਾਂਦਾ, ਫਿਰ ਹਿਰਦੇ ਅੰਦਰ ਮੰਨਣ ਕੀਤਾ ਜਾਂਦਾ, ਨਿਸ਼ਚਾ ਧਾਰਨ ਕਰਕੇ ਫਿਰ ਤੀਸਰੇ ਥਾਂ ਤੇ ਸਾਧ ਸੰਗਤ ਜੀ ਜੀਵਨ ਦੇ ਵਿੱਚ ਉਹ ਮੰਨ ਕੇ ਕਮਾਇਆ ਜਾਂਦਾ। ਫਿਰ ਉਹ ਜੀਵਨ ਦੇ ਵਿੱਚ ਕਮਾ ਕੇ ਮਨੁੱਖ ਜਿੰਨਾ ਕੁ ਜੀਵਨ ਦੇ ਵਿੱਚ ਕਮਾਉਂਦਾ ਹੈ, ਪਰਮੇਸ਼ਰ ਦੇ ਨਾਮ ਦਾ ਸਤਿਗੁਰੂ ਜੀ ਬਖਸ਼ੇ ਉਪਦੇਸ਼ ਨੂੰ ਜਿੰਨਾ ਕੁ ਜੀਵਨ ਦੇ ਵਿੱਚ ਕਮਾਉਂਦਾ, ਉਹਨਾਂ ਕੁ ਜੀਵ ਨੂੰ ਫਲ ਪ੍ਰਾਪਤ ਹੋ ਜਾਂਦਾ ਹੈ। ਜਿੰਨਾ ਕੁ ਜ਼ਿਆਦਾ ਸ਼ਬਦ ਦੀ ਕਮਾਈ ਕਰਦਾ ਹੈ, ਜਿੰਨਾ ਕੁ ਜ਼ਿਆਦਾ ਨਿਸ਼ਚੈ ਕਰਕੇ ਪਰਮੇਸ਼ਰ ਦੇ ਨਾਮ ਦਾ ਮੰਨਣ ਕਰਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਜ਼ਿਆਦਾ ਉਹ ਜੀਵ ਨੂੰ ਫਲ ਪ੍ਰਾਪਤ ਹੋ ਜਾਂਦਾ ਹੈ।
ਇਹ ਮਹਾਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਡਿਆਈ ਬਖਸ਼ਿਸ਼ ਕੀਤੀ ਹੈ। ਆਓ ਹੁਣ ਪਿਆਰ ਦੇ ਨਾਲ ਬੈਠ ਕੇ ਸਤਿਗੁਰੂ ਜੀ ਦਾ ਪਾਵਨ ਉਪਦੇਸ਼ ਸੁਣ ਕੇ ਹਿਰਦਿਆਂ ਵਿੱਚ ਵਸਾਉਣ ਦਾ ਯਤਨ ਕਰੀਏ। ਜਿਵੇਂ ਸਿੱਧਾਂ ਦੇ ਬੇਨਤੀ ਕਰਨ ਤੇ ਮਹਾਰਾਜ ਸੱਚੇ ਪਾਤਸ਼ਾਹ ਮੰਨਣ ਦਾ ਇਹ ਮਹਾਤਮ ਦਰਸਾ ਰਹੇ ਹੈ। ਪਿਆਰ ਦੇ ਨਾਲ ਬੈਠ ਕੇ ਸਰਵਣ ਕਰੀਏ। ਸਤਿਗੁਰੂ ਜੀ ਨੂੰ ਸੀਸ ਝੁਕਾਵੋ ਜੀ, ਪਿਆਰ ਸਹਿਤ ਉਚਾਰਨ ਕਰੋ। ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕੀ ਗਤ ਕਹੀ ਨਾ ਜਾਏ। ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹੈ, ਹੇ ਸਿੱਧੋ, ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਦਾ ਮੰਨਣ ਕੀਤਾ ਹੈ, ਉਹਨਾਂ ਦੀ ਗਤ ਮਰਜ਼ਾਦਾ ਨੂੰ ਕਥਨ ਨਹੀਂ ਕੀਤਾ ਜਾ ਸਕਦਾ। ਕਿਸੇ ਢੰਗ ਨਾਲ ਕੋਈ ਪਰਮੇਸ਼ਰ ਦੇ ਪਿਆਰਿਆਂ ਦੀ ਗਤੀ ਨੂੰ ਮਰਜ਼ਾਦਾ ਨੂੰ ਕਹਿ ਨਹੀਂ ਸਕਦਾ। ਗਤ ਨਾਮ ਅਵਸਥਾ ਦਾ ਵੀ ਹੈ। ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਮੰਨਣ ਕੀਤਾ, ਐਸੀ ਮਹਾਨ ਉਹਨਾਂ ਦੀ ਉੱਚੀ ਅਵਸਥਾ ਬਣ ਗਈ। ਉਸ ਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੋਈ ਕਹਿ ਨਹੀਂ ਸਕਦਾ। ਕਿੰਨੀ ਉੱਚੀ ਉਹਨਾਂ ਗੁਰਮੁਖਾਂ ਦੀ ਅਵਸਥਾ ਹੈ, ਕਿੰਨਾ ਉੱਚਾ ਉਹਨਾਂ ਗੁਰਮੁਖਾਂ ਦਾ ਆਚਰਣ ਹੈ, ਇਸ ਦੇ ਬਾਬਤ ਕੋਈ ਕਥਨ ਕਰ ਹੀ ਨਹੀਂ ਸਕਦਾ। ਮੰਨੇ ਕੀ ਗਤ ਕਹੀ ਨਾ ਜਾਏ। ਤੇ ਗਤ ਨਾਮ ਸਾਧ ਸੰਗਤ ਜੀ ਗਿਆਨ ਦਾ ਵੀ ਹੈ। ਜਿਨ੍ਹਾਂ ਗੁਰਮੁਖਾਂ ਨੇ ਪਰਮੇਸ਼ਰ ਦੇ ਨਾਮ ਦਾ ਮੰਨਣ ਕੀਤਾ, ਸਤਿਗੁਰੂ ਜੀ ਫਰਮਾਉਂਦੇ ਆ, ਉਹਨਾਂ ਦੇ ਗਿਆਨ ਦਾ ਵੀ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਕੋਈ ਕਹਿ ਨਹੀਂ ਸਕਦਾ ਕਿ ਕਿੰਨਾ ਉਹਨਾਂ ਦੇ ਕੋਲ ਗਿਆਨ ਹੈ। ਅਥਾਹ ਗਿਆਨ ਦਾ ਹਿਰਦੇ ਅੰਦਰ ਪ੍ਰਕਾਸ਼ ਤਿਨਾਂ ਦੇ ਹਿਰਦੇ ਵਿੱਚ ਹੋ ਜਾਂਦਾ ਹੈ ਜੋ ਵਾਹਿਗੁਰੂ ਦੇ ਨਾਮ ਦਾ ਮੰਨਣ ਕਰਦੇ ਹਨ। ਤੇ ਗਤ ਨਾਮ ਪ੍ਰਾਪਤੀ ਦਾ ਹੈ। ਕਿਵੇਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਨੂੰ ਤਿਨਾਂ ਨੇ ਪਾਇਆ, ਕਿਤਨੇ ਵੱਡੇ ਅਥਾਹ ਪਰਮੇਸ਼ਰ ਦੇ ਸਰੂਪ ਦੀ ਤਿਨਾਂ ਨੇ ਪ੍ਰਾਪਤੀ ਕੀਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਕਹੀ ਨਾ ਜਾਏ। ਉਸ ਅਵਸਥਾ ਨੂੰ, ਪਰਮੇਸ਼ਰ ਦੇ ਪ੍ਰਾਪਤੀ ਕਰਨ ਵਾਲੇ ਸਰੂਪ ਨੂੰ, ਫਿਰ ਉਹਨਾਂ ਦੇ ਗਿਆਨ ਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੋਈ ਕਥਨ ਕਰ ਹੀ ਨਹੀਂ ਸਕਦਾ। ਗਤ ਨਾਮ ਗ੍ਰਹਿਣ ਕਰਨ ਦਾ ਹੈ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ, ਮੰਨੇ ਕੀ ਗਤ ਕਹੀ ਨਾ ਜਾਏ। ਜਿਨ੍ਹਾਂ ਨੇ ਦੇਵੀ ਸੰਪਦਾ ਸ਼ੁਭ ਗੁਣਾਂ ਨੂੰ ਗ੍ਰਹਿਣ ਕੀਤਾ, ਔਗੁਣਾਂ ਨੂੰ ਵਿਸਾਰ ਦਿੱਤਾ, ਫਿਰ ਜਗਤ ਅੰਦਰ ਜਿਤਨੇ ਵੀ ਔਗੁਣ ਹਨ ਜਾਂ ਬੁਰੇ ਕਰਮ ਹਨ, ਤਿਨਾਂ ਸਭ ਨੂੰ ਵਿਸਾਰ ਕੇ ਤੇ ਸ਼ੁਭ ਗੁਣਾਂ ਨੂੰ ਧਾਰਨ ਕੀਤਾ। ਸ਼ੁਭ ਕਰਮ ਕਰਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤਿੰਨਾਂ ਦੀ ਵੀ ਮਰਜ਼ਾਦਾ ਨੂੰ ਕਦੇ ਕਥਨ ਕੀਤਾ ਹੀ ਨਹੀਂ ਜਾ ਸਕਦਾ। ਤਿੰਨਾਂ ਦੇ ਗਿਆਨ ਨੂੰ, ਤਿੰਨਾਂ ਗੁਰਮੁਖਾਂ ਦੇ ਸਤਿਪੁਰਸ਼ਾਂ ਦੀ ਅਵਸਥਾ ਨੂੰ ਕੋਈ ਕਥਨ ਨਹੀਂ ਕਰ ਸਕਦਾ। ਕਿਸੇ ਢੰਗ ਦੁਆਰਾ ਵੀ ਵਾਹਿਗੁਰੂ ਦੇ ਪਿਆਰਿਆਂ ਦੀ ਮਿਤ ਮਰਜ਼ਾਦਾ ਨੂੰ ਕਥਨ ਨਹੀਂ ਕੀਤਾ ਜਾ ਸਕਦਾ। ਜੇ ਕੋ ਕਹੈ ਪਿਛੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇਕਰ ਕੋਈ ਦਾਅਵਾ ਕਰਕੇ ਆਖੇ ਮੈਂ ਮੰਨਣ ਕਰਨ ਵਾਲੇ ਗੁਰਮੁਖਾਂ ਦੀ ਮਰਜ਼ਾਦਾ ਨੂੰ ਕਥਨ ਕਰ ਸਕਦਾ ਹਾਂ, ਜੇ ਕੋਈ ਦਾਅਵਾ ਕਰਕੇ ਕਹੇ ਕਿ ਉਹਨਾਂ ਦੇ ਗਿਆਨ ਨੂੰ ਮੈਂ ਕਥਨ ਕਰ ਸਕਦਾ ਕਿ ਇੰਨਾ ਕੁ ਗਿਆਨ ਹੈ ਪਰਮੇਸ਼ਰ ਦੇ ਨਾਮ ਦਾ ਮੰਨਣ ਕਰਨ ਵਾਲਿਆਂ ਕੋਲ, ਉਹਨਾਂ ਦੀ ਅਵਸਥਾ ਨੂੰ ਕੋਈ ਕਥਨ ਕਰਨ ਦਾ ਯਤਨ ਕਰੇ, ਫਿਰ ਗ੍ਰਹਿਣ ਕਰਨ ਵਾਲੀ ਸ਼ੁਭ ਗੁਣਾਂ ਦੀ ਅਵਸਥਾ ਨੂੰ ਕੋਈ ਕਥਨ ਕਰਨ ਦਾ ਯਤਨ ਕਰੇ ਕਿ ਇੰਨੀ ਕੁ ਉਹਨਾਂ ਕੋਲ ਅਵਸਥਾ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਿੱਛੇ ਪਛਤਾਏ। ਪੂਰਾ ਗਿਆਨ ਵੀ ਉਹਨਾਂ ਦਾ ਕਥਨ ਨਹੀਂ ਕੀਤਾ ਜਾ ਸਕਦਾ, ਪੂਰੀ ਅਵਸਥਾ ਵੀ ਕਥਨ ਨਹੀਂ ਕੀਤੀ ਜਾ ਸਕਦੀ, ਫਿਰ ਸ਼ੁਭ ਗੁਣਾਂ ਦੇ ਗ੍ਰਹਿਣ ਕਰਨ ਦੀ ਅਵਸਥਾ ਨੂੰ ਵੀ ਕਥਨ ਨਹੀਂ ਕੀਤਾ ਜਾ ਸਕਦਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਿੱਛੇ ਪਛਤਾਏ, ਬਾਅਦ ਵਿੱਚ ਪਛਤਾਤਾਪ ਹੀ ਕਰਨਾ ਪਵੇਗਾ। ਉਹ ਜੀਵ ਨੂੰ ਪਛਤਾਉਣਾ ਹੀ ਪਵੇਗਾ ਜੇ ਦਾਅਵਾ ਕਰਕੇ ਕਹਿੰਦਾ ਕਿ ਮੈਂ ਮੰਨਣ ਕਰਨ ਵਾਲੇ ਗੁਰਮੁਖਾਂ ਦੀ ਅਵਸਥਾ ਨੂੰ ਕਥਨ ਕਰ ਸਕਦਾ ਹਾਂ। ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੇ ਪਾਵਨ ਬਚਨ ਹੈ, ਭਗਤ ਰਸਨਾ ਦੁਆਰਾ ਹਜੂਰ ਨੇ ਵਚਨ ਕੀਤੇ ਹੈ, ਕਬੀਰ ਸਾਧ ਸਮੁੰਦਹ ਮਸ ਕਰੋ, ਕਲਮ ਕਰੋ ਬਨ ਰਾਏ, ਬਸਦਾ ਕਾਗਦ ਜਾਓ ਕਰੋ, ਹਰ ਜਸ ਲਿਖਨ ਨਾ ਜਾਏ। ਪਰਮੇਸ਼ਰ ਦੇ ਪਿਆਰਿਆਂ ਦਾ ਜੋ ਜਸ ਹੈ ਉਹ ਕਥਨ ਕੀਤਾ ਹੀ ਨਹੀਂ ਜਾ ਸਕਦਾ।
ਜਿਹੜੇ 7 ਸਮੁੰਦਰ ਇਹਨਾਂ ਦੀ ਸਿਆਹੀ ਕੋਈ ਬਣਾ ਲਵੇ, ਬਨਸਪਤ ਦੇ ਕਲਮਾ ਬਣਾ ਲਵੇ, ਫਿਰ ਇੰਨੀ ਤੇਜ਼ੀ ਦੇ ਨਾਲ ਚੱਲੇ ਕਿ ਜਿਵੇਂ ਹਵਾ ਪੌਣ ਚੱਲਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਧਰਤੀ ਨੂੰ ਕਾਗਜ਼ ਰੂਪ ਭਾਵੇਂ ਬਣਾ ਦੇਵੇ, ਐਸਾ ਕਹਿੰਦੇ ਕੋਈ ਮਨੁੱਖ ਯਤਨ ਕਰ ਕਰਕੇ ਦੇਖ ਲਵੇ, ਪਰ ਪਰਮੇਸ਼ਰ ਦੇ ਪਿਆਰਿਆਂ ਦਾ ਜਸ ਨਹੀਂ ਕੋਈ ਕਥਨ ਕਰ ਸਕਦਾ। ਜਿਵੇਂ ਦਸ਼ਮੇਸ਼ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਲਿਖੇ ਸ੍ਰੀ ਦਸਮ ਗ੍ਰੰਥ ਸਾਹਿਬ ਅੰਦਰ, ਕਹਿੰਦੇ ਜਿਹੜਾ ਸਭ ਤੋਂ ਤੇਜ਼ੀ ਦੇ ਨਾਲ ਲਿਖਣ ਵਾਲਾ ਲਿਖਤੀ ਰੂਪ ਦੇ ਵਿੱਚ ਸਾਧ ਸੰਗਤ ਗਣੇਸ਼ ਨੂੰ ਮੰਨਿਆ ਗਿਆ ਹੈ ਕਿ ਜਿੰਨੀ ਜ਼ਿਆਦਾ ਗਣੇਸ਼ ਇਹ ਦੇਵਤੇ ਦੀ ਸਾਧ ਸੰਗਤ ਦੀ ਸਪੀਡ ਹੈ ਨਾ ਲਿਖਣ ਦੀ, ਹੋਰ ਕਿਸੇ ਦੀ ਨਹੀਂ ਹੈ। ਬਹੁਤ ਤੇਜ਼ੀ ਦੇ ਨਾਲ ਲਿਖਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਵਚਨ ਕੀਤੇ, ਕਹਿੰਦੇ ਇੱਕ ਨਹੀਂ ਕਰੋੜਾਂ ਭਾਵੇਂ ਗਣੇਸ਼ ਲਿਖਣ ਦਾ ਯਤਨ ਕਰ ਲੈਣ, ਲਿਖਤੀ ਰੂਪ ਹੋ ਕਰਕੇ ਆ ਜਾਣ, ਪਰ ਫਿਰ ਵੀ ਮੰਨਣ ਕਰਨ ਵਾਲਿਆਂ ਦੀ ਗਤੀ ਨੂੰ ਕੋਈ ਕਥਨ ਨਹੀਂ ਕਰ ਸਕਦਾ। ਫਿਰ ਇਸੇ ਪ੍ਰਕਾਰ ਜਿਹੜੀ ਸਰਸਤੀ ਦੇਵੀ ਹੈ, ਇਹ ਵਿਦਿਆ ਦੀ ਸਾਧ ਸੰਗਤ ਦੀ ਦਾਤੀ ਮੰਨੀ ਗਈ ਹੈ। ਇਹ ਭਗਤਾ ਰੂਪ ਹੋ ਕਰਕੇ ਭਾਵੇਂ ਕਥਨ ਕਰਨ ਦਾ ਯਤਨ ਕਰੇ, ਪਰ ਹਜੂਰ ਕਹਿੰਦੇ ਫਿਰ ਵੀ ਮੰਨਣ ਕਰਨ ਵਾਲਿਆਂ ਦੀ ਅਵਸਥਾ ਨੂੰ, ਤਿਨਾਂ ਦੇ ਗਿਆਨ ਨੂੰ, ਤਿਨਾਂ ਦੇ ਗੁਣਾਂ ਨੂੰ ਕੋਈ ਕਥਨ ਨਹੀਂ ਕਰ ਸਕਦਾ। ਇਸ ਲਈ ਹਜੂਰ ਨੇ ਫਰਮਾਨ ਕੀਤਾ, ਜੇ ਕੋ ਕਹੈ ਪਿੱਛੇ ਪਛਤਾਏ, ਜੇ ਕੋਈ ਕਹਿਣ ਦਾ ਯਤਨ ਵੀ ਕਰੇਗਾ ਤੇ ਬਾਅਦ ਵਿੱਚ ਪਛਤਾਤਾਪ ਹੀ ਕਰਨਾ ਪਵੇਗਾ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਫਰਮਾਨ ਕੀਤਾ ਹੈ ਨਾ, ਪਰਮਾਤਮਾ ਨੇ ਜਿਤਨੀ ਕੋ ਆਰਜੂ ਜੀਵ ਦੀ ਲਿਖ ਕਰਕੇ ਪਾਈ ਹੈ ਉਤਨੀ ਕੀ ਭੋਗਦਾ ਹੈ। ਜਿੰਨੇ ਸਵਾਸ ਪਰਮਾਤਮਾ ਨੇ ਗਿਣ ਕਰਕੇ ਲਿਖ ਕੇ ਜੀਵ ਦੇ ਕਰਮਾਂ ਵਿੱਚ ਪਾਏ ਹੈ, ਓਨੇ ਕੀ ਭੋਗਦਾ ਹੈ। ਗਣ ਘਾਲੇ ਸਭ ਦਿਵਸ ਸਾਸ, ਨਹਿ ਵੱਢਨ ਘਟਨ ਤਿਲ ਸਾਰ। ਤੇ ਫਿਰ ਜਿੰਨੀ ਕੋ ਉਮਰ ਹੈ, ਭਾਵੇਂ ਉਮਰ ਪਰ ਇੱਕ ਨਹੀਂ ਕਿੰਨੀਆਂ ਹੀ ਜਨਮ ਧਾਰਨ ਕਰ ਕਰਕੇ ਉਮਰਾਂ ਭੋਗ ਜਾਵੇ, ਮੰਨਣ ਕਰਨ ਵਾਲਿਆਂ ਦੀ ਅਵਸਥਾ ਨੂੰ ਕਥਨ ਕਰਨ ਦਾ ਯਤਨ ਕਰੇ, ਭਾਵੇਂ ਲਿਖਤੀ ਰੂਪ ਤੇ ਭਾਵੇਂ ਜ਼ੁਬਾਨ ਤੋਂ ਬੋਲ ਕਰਕੇ, ਫਿਰ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਜੀਵ ਨੂੰ ਪਛਤਾਵਾ ਹੀ ਕਰਨਾ ਪਵੇਗਾ। ਐਸੀ ਮਹਾਨ ਉਹਨਾਂ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦੀ ਅਵਸਥਾ ਹੈ। ਸਾਧ ਸੰਗਤ, ਜਿਸ ਸਮੇਂ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਸਿੱਖ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ, ਗਰੀਬ ਨਵਾਜ ਸਤਿਗੁਰੂ ਜੀ ਦੇ ਵੱਡੇ ਭਰਾਤਾ ਬਾਬਾ ਸਹਾਰੀ ਮੱਲ ਜੀ ਆਏ ਲਾਹੌਰ ਤੋਂ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੂੰ ਆ ਕੇ ਬੇਨਤੀ ਕੀਤੀ, ਹੇ ਸਤਿਗੁਰੂ ਜੀ, ਆਪ ਜੀ ਦੇ ਭਤੀਜੇ ਦਾ ਆਨੰਦ ਕਾਰਜ ਹੈ, ਆਪ ਕਿਰਪਾ ਕਰਕੇ ਲਾਹੌਰ ਵਿਖੇ ਆਵੋ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤੇ, ਕਹਿੰਦੇ ਜੇ ਅਸੀਂ ਚੱਲ ਕੇ ਆਉਂਦੇ ਹਾਂ ਤੇ ਸਾਡੇ ਨਾਲ ਬਹੁ ਗਿਣਤੀ ਵਿੱਚ ਸਿੱਖ ਸੰਗਤਾਂ ਆਉਣਗੀਆਂ, ਤੁਹਾਨੂੰ ਪਰੇਸ਼ਾਨੀ ਹੋਵੇਗੀ, ਸਾਰੀਆਂ ਸੰਗਤਾਂ ਨੂੰ ਸਾਂਭ ਸੰਭਾਲਣ ਦੇ ਵਿੱਚ ਦਿੱਕਤ ਆਵੇਗੀ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਨਕਾਰ ਕਰ ਦਿੱਤਾ, ਕਹਿੰਦੇ ਕਿ ਅਸੀਂ ਆ ਨਹੀਂ ਸਕਦੇ, ਤੁਹਾਨੂੰ ਪਰੇਸ਼ਾਨੀ ਹੋਵੇਗੀ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੇਨਤੀ ਕੀਤੀ, ਹੈ ਮਹਾਰਾਜ ਆਪਣੇ ਸਾਹਿਬਜ਼ਾਦਿਆਂ ਜੀ ਨੂੰ ਭੇਜ ਦੇਵੋ, ਤੁਹਾਡਾ ਸਰੂਪ ਜਾਣ ਕੇ ਮਹਾਰਾਜ ਸੱਚੇ ਪਾਤਸ਼ਾਹ ਸਾਰਾ ਕਾਰਜ ਉਸੇ ਤਰ੍ਹਾਂ ਹੀ ਨਿਭਾ ਲਵਾਂਗੇ। ਹਜੂਰ ਨੇ ਸਭ ਤੋਂ ਪਹਿਲਾਂ ਬਾਬਾ ਪ੍ਰਿਥੀ ਚੰਦ ਜੀ ਨੂੰ ਆਵਾਜ਼ ਮਾਰੀ, ਕਹਿਣ ਲੱਗੇ, ਇਹ ਪੁੱਤਰ ਪ੍ਰਿਥੀ ਚੰਦ, ਤੁਹਾਡੇ ਤਾਇਆ ਜੀ ਆਏ ਹਨ, ਤੁਹਾਡੇ ਭਰਾਤਾ ਦਾ ਆਨੰਦ ਕਾਰਜ ਹੈ, ਇਸ ਲਾਹੌਰ ਦੇ ਵਿੱਚ ਜਾਵੋ ਤੇ ਸਾਰਾ ਕਾਰਜ ਨਿਭਾ ਕੇ ਤੇ ਫਿਰ ਵਾਪਸ ਆਉਣਾ। ਪ੍ਰਿਥੀ ਚੰਦ ਦੇ ਮਨ ਵਿੱਚ ਖੋਟ ਸੀਗੀ ਤੇ ਕਹਿਣ ਲੱਗਾ, ਹੇ ਮਹਾਰਾਜ ਪਿਤਾ ਜੀ, ਜੇ ਮੈਂ ਇੱਥੋਂ ਛੱਡ ਕਰਕੇ ਚਲਿਆ ਜਾਣਾ ਤੇ ਜਿੰਨੀ ਜ਼ਿੰਮੇਵਾਰੀ ਮੇਰੇ ਸਿਰ ਤੇ ਹਨ ਹੋਰ ਕੋਈ ਨਿਭਾ ਨਹੀਂ ਪਿੱਛੋਂ ਸਕੇਗਾ। ਮੇਰੇ ਪਿੱਛੋਂ ਇੰਨੀ ਜ਼ਿੰਮੇਵਾਰੀ ਕਿਸੇ ਨੇ ਨਿਭਾ ਨਹੀਂ ਸਕਣੀ, ਇਸ ਲਈ ਮੈਂ ਨਹੀਂ ਜਾ ਸਕਦਾ। ਲੰਗਰ ਦੀਆਂ ਰਸਤਾਂ ਬਸਤਾਂ ਦੇਣੀਆਂ, ਆਈ ਗਈ ਸੰਗਤਾਂ ਨੂੰ ਸਿਰੋਂ ਪਾਉ ਦੇਣੇ, ਸਾਰਾ ਜਿਤਨਾ ਵੀ ਸਾਂਭ ਸੰਭਾਲਣ ਦਾ ਹੈ, ਵਸਤੂਆਂ ਪਦਾਰਥ ਧਨ ਜੋ ਵੀ ਸੰਗਤਾਂ ਲਿਆ ਕੇ ਭੇਟਾਵਾਂ ਅਰਪਣ ਕਰਦੀਆਂ ਨੇ, ਉਹ ਸਾਰੀ ਜ਼ਿੰਮੇਵਾਰੀ ਤਾਂ ਮੇਰੇ ਸਿਰ ਤੇ ਹੈ। ਮੈਂ ਚਲਾ ਗਿਆ ਤੇ ਪਿੱਛੋਂ ਸਾਰੀ ਜ਼ਿੰਮੇਵਾਰੀ ਕਿਹਨੇ ਸਾਂਭਣੀ ਹੈ? ਇਹ ਮਹਾਨ ਸੇਵਾ ਕੋਈ ਕਰ ਨਹੀਂ ਸਕੇਗਾ। ਮਨ ਵਿੱਚ ਖੋਟ ਸੀ ਕਿ ਮੈਂ ਜੇ ਚਲਾ ਗਿਆ ਤੇ ਪਿੱਛੋਂ ਕਿਤੇ ਛੋਟੇ ਭਰਾਤਾ
ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਨਾ ਕਿਤੇ ਦੇ ਦੇਣ। ਮਨ ਵਿੱਚ ਖੋਟ ਸੀਗੀ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਬਚਨ ਕੀਤੇ, ਗੁਰੂ ਨਾਨਕ ਪਾਤਸ਼ਾਹੀ ਦੇ ਘਰ ਦੀ ਸੇਵਾ ਇਹ ਤਾਂ ਸਤਿਗੁਰਾਂ ਨੇ ਆਪੇ ਕਰਵਾਈ ਜਾਣੀ ਹੈ, ਪਰ ਪ੍ਰਿਥੀ ਚੰਦ ਤੂੰ ਸਾਡਾ ਬਚਨ ਮੰਨ ਤੇ ਆਪਣੇ ਤਾਇਆ ਜੀ ਦੇ ਨਾਲ ਜਾ ਤੇ ਆਨੰਦ ਕਾਰਜ ਦਾ ਸਾਰਾ ਇਹ ਕਾਰਜ ਸੰਪੂਰਨ ਕਰਕੇ ਫਿਰ ਵਾਪਸ ਆਉਣਾ। ਪਰ ਸਤਿਗੁਰੂ ਜੀ ਦਾ ਬਚਨ ਨਾ ਮੰਨਿਆ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਫਿਰ ਦੂਸਰੇ ਸਾਹਿਬਜ਼ਾਦੇ ਬਾਬਾ ਮਹਾਦੇਵ ਜੀ ਨੂੰ ਬੁਲਾਇਆ, ਬਰਕਤ ਸੁਭਾਅ ਵਾਲੇ, ਤੇ ਆ ਕਰਕੇ ਬੇਨਤੀ ਕੀਤੀ, ਹੈ ਪਿਤਾ ਸਤਿਗੁਰੂ ਜੀ, ਸਾਨੂੰ ਕਿਸੇ ਨਾਲ ਰਿਸ਼ਤੇਦਾਰੀ ਦੇ ਨਾਲ ਮਹਾਰਾਜ ਕੋਈ ਵੀ ਕਿਸੇ ਪ੍ਰਕਾਰ ਦਾ ਕੋਈ ਵਾਹ ਨਹੀਂ, ਕੋਈ ਪ੍ਰੇਮ ਨਹੀਂ ਹੈ, ਤੇ ਸਾਡਾ ਸੁਭਾਅ ਹੀ ਇੱਦਾਂ ਦਾ, ਅਸੀਂ ਕੀ ਕਰਨਾ ਉੱਥੇ ਜਾ ਕਰਕੇ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਫਿਰ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਬਚਨ ਕੀਤਾ। ਉਸੇ ਸਮੇਂ ਹੱਥ ਜੋੜ ਕੇ ਬੇਨਤੀ ਕੀਤੀ, ਹੈ ਪਿਤਾ ਸਤਿਗੁਰੂ ਜੀ, ਕੀ ਆਪ ਜੀ ਦਾ ਹੁਕਮ ਹੈ। ਇਤਿਹਾਸ ਅੰਦਰ ਕਵੀ ਭਾਈ ਸੰਤੋਖ ਸਿੰਘ ਜੀ ਨੇ ਬਚਨ ਲਿਖੇ ਹੈ, ਕਹਿੰਦੇ ਭਾਵੇਂ ਪਿਤਾ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੇ ਨਾਲ ਇਤਨਾ ਜ਼ਿਆਦਾ ਪ੍ਰੇਮ ਹੈ ਜਿਵੇਂ ਮੱਛੀ ਦਾ ਪਾਣੀ ਦੇ ਨਾਲ ਹੈ। ਆਧਾਰ ਜੀਵਨ ਹੀ ਉਹਦਾ ਪਾਣੀ ਹੈ, ਇਤਨੀ ਜ਼ਿਆਦਾ ਪ੍ਰੀਤ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਦੀ ਜੇਕਰ ਕਿਸੇ ਕਾਰਜ ਦੇ ਵਾਸਤੇ ਇੱਕ ਦਿਨ ਵਾਸਤੇ ਜਾਂ ਇੱਕ ਦੋ ਪਹਿਰਾਂ ਵਾਸਤੇ ਵੀ ਜਾਂਦੇ, ਫਿਰ ਬੜਾ ਵੈਰਾਗ ਕਰਦੇ ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ। ਤੇ ਹਜੂਰ ਨੇ ਬਚਨ ਕੀਤਾ, 1 ਮਹੀਨਾ ਲਾਹੌਰ ਦੇ ਵਿੱਚ ਰਹਿ ਕਰਕੇ ਸਾਰਾ ਕਾਰਜ ਨਿਭਾ ਕੇ ਤੇ ਫਿਰ ਜਿੱਥੇ ਸਾਡਾ ਜਨਮ ਅਸਥਾਨ ਹੈ ਉੱਥੇ ਧਰਮਸ਼ਾਲਾ ਬਣਾ ਕੇ ਸਿੱਖੀ ਦਾ ਪ੍ਰਚਾਰ ਕਰਨਾ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦਾ ਬਚਨ ਮੋੜਿਆ ਨਹੀਂ, ਸੱਚ ਬਚਨ ਕਹਿ ਦਿੱਤਾ। ਗਰੀਬ ਨਵਾਜ ਸਤਿਗੁਰੂ ਜੀ ਜਦੋਂ ਲਾਹੌਰ ਦੇ ਵਿੱਚ ਆਏ, ਜਿਹੜਾ ਸਾਰਾ ਵਿਆਹ ਕਾਰਜ ਦਾ ਆਨੰਦ ਕਾਰਜ ਦਾ ਸਮਾਗਮ ਸੀ ਸਾਰਾ ਨਿਭਾਇਆ ਬੜੇ ਪ੍ਰੇਮ ਦੇ ਨਾਲ। ਫਿਰ ਧਰਮਸ਼ਾਲਾ ਬਣਾ ਕੇ ਤੇ ਸਿੱਖੀ ਦਾ ਪ੍ਰਚਾਰ ਕੀਤਾ। ਜਦੋਂ ਕਿੰਨੇ ਹੀ ਮਹੀਨੇ ਲੰਘ ਗਏ ਤੇ ਸਾਧ ਸੰਗਤ ਮਨ ਦੇ ਵਿੱਚ ਬੜਾ ਵੈਰਾਗ ਆਇਆ ਕਿ ਪਿਤਾ ਸਤਿਗੁਰੂ ਜੀ ਨੇ ਅਜੇ ਸਾਨੂੰ ਬੁਲਾਇਆ ਨਹੀਂ, ਕਿਉਂਕਿ ਤੋਰਨ ਲੱਗਿਆ ਬਚਨ ਕੀਤਾ ਸੀ, ਜਿੰਨੀ ਦੇਰ ਤੱਕ ਸਾਡਾ ਸੁਨੇਹਾ ਨਾ ਆਵੇ ਆਪਣੀ ਮਰਜ਼ੀ ਦੇ ਨਾਲ ਅੰਮ੍ਰਿਤਸਰ ਸਾਹਿਬ ਵਿਖੇ ਇੱਥੇ ਨਹੀਂ ਆਵਣਾ। 7 ਵਚਨ ਕਹਿ ਕਰਕੇ ਗਏ ਸਨ। ਫਿਰ ਆਪ ਆਉਣ ਦਾ ਯਤਨ ਵੀ ਕੋਈ ਨਾ ਕੀਤਾ। ਵੈਰਾਗ ਵਿੱਚ ਆ ਕਰਕੇ ਸ਼ਬਦ ਵੀ ਉਚਾਰਨ ਕੀਤੇ, ਜਿਵੇਂ ਸੋਠ ਰਾਗ ਦੇ ਅੰਦਰ ਵੀ ਬਚਨ ਆਉਂਦਾ ਹੈ, ਦਹਿ ਦਿਸ ਛਤਰ ਮੇਘ ਘਾਟਾ ਕੱਢ ਦਾਮਨ ਚਮਕ ਡਰਾਇਓ, ਸੇਜ ਅਕੇਲੀ ਨੀਂਦ ਨਾਹੋ ਨੈਨਹ ਫਿਰ ਪਰਦੇਸ ਸਦਾਇਓ, ਹੁਣ ਨਹੀਂ ਸੰਦੇਸ ਰੋ ਮਾਇਓ। ਇਉਂ ਸੋਰਠ ਰਾਗ ਦੇ ਅੰਦਰ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰੇ ਹੈ। ਤੇ ਫਿਰ ਸਾਧ ਸੰਗਤ ਜੀ, ਕਦੇ ਤਾਂ ਕੋਠੇ ਦੇ ਉੱਪਰ ਚੜ੍ਹ ਕਰਕੇ ਚੁਬਾਰੇ ਤੇ ਚੜ੍ਹ ਕਰਕੇ ਤੱਕਦੇ ਕੋਈ ਸਿੱਖ ਆਉਂਦਾ ਸਾਨੂੰ ਸੁਨੇਹਾ ਦੇਣ ਦੇ ਵਾਸਤੇ ਕਿ ਹੁਣ ਪਿਤਾ ਸਤਿਗੁਰੂ ਜੀ ਬੁਲਾਉਂਦੇ ਹੈ, ਤੇ ਨਾਲੇ ਵੈਰਾਗ ਕਰੀ ਜਾਂਦੇ ਹਨ। ਤੇ ਇੱਕ ਸਿੱਖ ਨੇ ਆ ਕਰਕੇ ਕਿਹਾ ਕਿ ਮਹਾਰਾਜ, ਜੇ ਪਿਤਾ ਸਤਿਗੁਰੂ ਜੀ ਆਪ ਜੀ ਨੂੰ ਬੁਲਾਉਂਦੇ ਨਹੀਂ ਹੈ ਤੇ ਤੁਸੀਂ ਇੱਥੇ ਹੀ ਮਨ ਲਾ ਕਰਕੇ ਰਹੋ ਸਾਂ। ਤੇ ਕਹਿਣ ਲੱਗੇ, ਕਿਵੇਂ ਅਸੀਂ ਭੁਲਾ ਦੇਈਏ ਪਿਤਾ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ, ਜਿਨ੍ਹਾਂ ਦੇ ਚਰਨਾਂ ਦੇ ਅਸੀਂ ਭੌਰੇ ਹਾਂ, ਜਿਨ੍ਹਾਂ ਦੇ ਚਰਨਾਂ ਵਿੱਚ ਭਗਤੀ ਰੂਪ ਸ਼ੁਭ ਗੁਣਾ ਰੂਪੀ ਸੁਗੰਧੀ ਅਸੀਂ ਸਦਾ ਹੀ ਮਾਣਦੇ ਆ ਰਹੇ ਹਾਂ, ਕਿਵੇਂ ਉਹਨਾਂ ਨੂੰ ਹਿਰਦਿਓਂ ਵਿਸਾਰ ਸਕਦੇ ਹਾਂ। ਫਿਰ ਮਾਝ ਰਾਗ ਦੇ ਅੰਦਰ ਵੀ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੱਤਰਕਾਰ ਰੂਪ ਦੇ ਵਿੱਚ ਇਹ ਵਚਨ ਉਚਾਰਨ ਕਰਕੇ ਸਿੱਖ ਦੇ ਹੱਥ ਭੇਜੇ ਸਨ, ਹੇ ਮਹਾਰਾਜ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਬ ਕਰੇ ਚਾਤ੍ਰਿਕ ਕੀ ਨਿਆਈ, ਤ੍ਰਿਖਾ ਨ ਉਤਰੈ ਸਾਥ ਨ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ, ਹਉ ਘੋਲੀ ਜੀਓ ਘੋਲ ਘੁਮਾਈ, ਗੁਰ ਦਰਸ਼ਨ ਸੰਤ ਪਿਆਰੇ ਜੀਓ। ਇਹ ਪਹਿਲਾ ਪਦ ਪੱਤਰਕਾਰ ਰੂਪ ਦੇ ਵਿੱਚ ਲਿਖ ਕਰਕੇ ਸਿੱਖ ਦੇ ਹੱਥ ਭੇਜਿਆ। ਨਾਲ ਇਹ ਵਚਨ ਕੀਤਾ, ਭਾਈ ਸਿੱਖਾ, ਗਰੀਬ ਨਵਾਜ ਪਿਤਾ ਸਤਿਗੁਰੂ ਜੀ ਨੂੰ ਜਾ ਕਰਕੇ ਪੱਤਰ ਦੇਣਾ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੋ ਜਵਾਬ ਦੇਣਗੇ ਫਿਰ ਲੈ ਕਰਕੇ ਆਵਣਾ। ਜਦੋਂ ਸਿੱਖ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚਿਆ, ਸਾਹਮਣੇ ਪ੍ਰਿਥੀ ਚੰਦ ਮਿਲ ਪਿਆ। ਦੇਖਿਆ ਕਿ ਲੱਗਦਾ ਬਹੁਤ ਦੂਰੀ ਤੋਂ ਚੱਲ ਕੇ ਆਇਆ, ਹੋ ਸਕਦਾ ਕਿਤੇ ਲਾਹੌਰੋਂ ਹੀ ਨਾ ਚੱਲ ਕੇ ਆਇਆ ਹੋਵੇ। ਕੱਪੜੇ ਸਿੱਖ ਦੇ ਜਿਹੜੇ ਘੱਟੇ ਦੇ ਨਾਲ ਭਰੇ ਹੋਏ ਐ, ਬੜਾ ਥਕੇਵੇਂ ਦੀ ਸਹਿਤ ਮੈਨੂੰ ਜਾਪਦਾ।
ਇਹ ਅੰਦਾਜ਼ਾ ਲਗਾ ਕੇ ਹੀ ਸਾਧ ਸੰਗਤ ਜੀ ਸਿੱਖ ਨੂੰ ਪੁੱਛ ਲਿਆ ਕਿ ਕਿੱਥੋਂ ਆਇਆ। ਦੱਸਿਆ ਕਿ ਮੈਂ ਲਾਹੌਰ ਤੋਂ ਆਇਆ। ਆਪ ਜੀ ਦੇ ਭਰਾਤਾ ਸ੍ਰੀ ਅਰਜਨ ਦੇਵ ਸਾਹਿਬ ਜੀ ਨੇ ਇਹ ਪੱਤਰ ਭੇਜਿਆ ਕਿ ਸਤਿਗੁਰੂ ਜੀ ਨੂੰ ਦੇਣਾ ਹੈ। ਉਸੇ ਸਮੇਂ ਸਿੱਖ ਤੋਂ ਲੈ ਕੇ ਤੇ ਆਪਣੇ ਜੇਬ ਦੇ ਵਿੱਚ ਪਾ ਲਿਆ। ਫਿਰ ਉੱਥੋਂ ਹੀ ਮੋੜ ਦਿੱਤਾ ਕਿ ਪਿਤਾ ਸਤਿਗੁਰੂ ਜੀ ਜੋ ਵੀ ਬਚਨ ਕਰਨਗੇ ਮੈਂ ਫਿਰ ਤੁਹਾਨੂੰ ਦੱਸ ਦੇਵਾਂਗਾ। ਇਹ ਮੈਂ ਆਪ ਹੀ ਪੱਤਰ ਉਹਨਾਂ ਨੂੰ ਦੇ ਦੇਵਾਂਗਾ, ਤੁਸੀਂ ਚਲੇ ਜਾਵੋ। ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਮਿਲਣ ਤੱਕ ਵੀ ਨਹੀਂ ਦਿੱਤਾ। ਮਨ ਦੇ ਵਿੱਚ ਖੋਟ ਸੀਗੀ। ਗਰੀਬ ਨਵਾਜ ਸਤਿਗੁਰੂ ਜੀ ਨੂੰ ਜਦੋਂ ਜਾ ਕੇ ਸਿੱਖ ਨੇ ਦੱਸਿਆ ਤੇ ਕਹਿਣ ਲੱਗਾ ਜੀ ਤੁਹਾਡੇ ਭਰਾਤਾ ਨੇ ਮੇਰੇ ਕੋਲ ਪੱਤਰ ਲੈ ਲਿਆ ਸੀਗਾ। ਫਿਰ ਦੂਸਰੀ ਵਾਰ ਫਿਰ ਇਹ ਬਚਨ ਲਿਖ ਕਰਕੇ ਦੂਸਰਾ ਪਦ ਲਿਖ ਕੇ ਭੇਜਿਆ, ਉਹ ਵੀ ਪ੍ਰਿਥੀ ਚੰਦ ਨੇ ਲੈ ਲਿਆ। ਤੇ ਸਾਧ ਸੰਗਤ ਜੀ ਜਦੋਂ ਤੀਸਰੀ ਵਾਰ ਸਿੱਖ ਨੂੰ ਭੇਜਣ ਲੱਗੇ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਉਸ ਸਮੇਂ ਨਾਲ ਤਾੜਨਾ ਭਰੇ ਬਚਨ ਕੀਤੇ ਕਿ ਪਿਤਾ ਸਤਿਗੁਰੂ ਜੀ ਤੋਂ ਬਿਨਾਂ ਹੋਰ ਕਿਸੇ ਨੂੰ ਪੱਤਰਕਾਰ ਨਹੀਂ ਦੇਣੇ। ਫਿਰ ਪ੍ਰਿਥੀ ਚੰਦ ਤੋਂ ਅੱਖ ਚੁਰਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੂੰ ਲਿਆ ਕਰਕੇ ਸਿੱਖ ਨੇ ਪੱਤਰਕਾਰ ਦਿੱਤੀ। ਬਾਬਾ ਬੁੱਢਾ ਜੀ ਆਦਿਕ ਨਾਲ ਗੁਰਸਿੱਖ ਸਨ। ਗਰੀਬ ਨਵਾਜ ਸਤਿਗੁਰਾਂ ਨੇ ਜਦੋਂ ਬਚਨ ਪੜ੍ਹੇ ਤੇ ਉੱਥੇ ਤੀਜਾ ਲਿਖਿਆ ਹੋਇਆ ਸੀ, ਭਾਵ ਇਹ ਤੀਸਰਾ ਪਦ ਹੈ। ਸਤਿਗੁਰੂ ਜੀ ਨੇ ਉਸ ਸਮੇਂ ਬਾਬਾ ਬੁੱਢਾ ਜੀ ਨੂੰ ਸਾਧ ਸੰਗਤ ਭੇਜਿਆ। ਅੰਤਰਜਾਮੀ ਮਹਾਰਾਜ ਸੱਚੇ ਪਾਤਸ਼ਾਹ ਜਾਣਦੇ ਸਨ ਕਿ ਵੈਰਾਗ ਦੇ ਵਿੱਚ ਆ ਕਰਕੇ ਬਚਨ ਲਿਖ ਕਰਕੇ ਭੇਜੇ ਹੈ, ਕਿਉਂਕਿ ਸਾਡੇ ਚਰਨਾਂ ਦੇ ਭੌਰੇ ਬਣ ਕਰਕੇ ਸਦਾ ਹੀ ਸਾਹਿਬਜ਼ਾਦਾ ਜੀ ਨੇ ਰਹਿਣਾ ਕੀਤਾ। ਬਾਬਾ ਬੁੱਢਾ ਜੀ ਨੇ ਉਸੇ ਸਮੇਂ ਭੇਜਿਆ। ਗੱਡੇ ਤੇ ਬੈਠ ਕਰਕੇ ਗਏ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਲੈ ਕੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਏ, ਕਵੀ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ, ਗਰੀਬ ਨਵਾਜ ਪਿਤਾ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਆ ਕੇ ਆਪਣਾ ਸੀਸ ਰੱਖਿਆ। ਵੈਰਾਗ ਦੇ ਵਿੱਚ ਭੇਜ ਕਰਕੇ ਨੇਤਰਾਂ ਵਿੱਚੋਂ ਜਲ ਵਗਾ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨ ਧੋ ਦਿੱਤੇ ਵੈਰਾਗ ਵਿੱਚ ਆ ਕੇ। ਹੇ ਮਹਾਰਾਜ ਸਤਿਗੁਰੂ ਜੀ, ਆਪ ਜੀ ਨੇ ਮਹਾਨ ਕਿਰਪਾ ਕੀਤੀ। ਮਹਾਰਾਜ ਆਪਣੇ ਚਰਨਾਂ ਦੇ ਵਿੱਚ ਸਾਨੂੰ ਬੁਲਾ ਲਿਆ ਹੈ। ਗਰੀਬ ਨਵਾਜ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਕਿ ਸਾਹਿਬਜ਼ਾਦਾ ਜੀ, ਇਹ ਜੋ ਪੱਤਰਕਾ ਸਾਨੂੰ ਸਿੱਖ ਦੇ ਕੋਲੋਂ ਮਿਲੀ ਇਹਦੇ ਉੱਪਰ ਤੀਆ ਲਿਖਿਆ ਹੋਇਆ, ਪਹਿਲੇ ਦੋ ਪਦ ਕਿਉਂ ਨਹੀਂ ਉਚਾਰਨ ਕੀਤੇ? ਕਹਿਣ ਲੱਗੇ ਮਹਾਰਾਜ ਅਸੀਂ ਭੇਜੇ ਸੀ, ਪ੍ਰਿਥੀ ਚੰਦ ਵੱਡੇ ਭਰਾਤਾ ਨੇ ਆਪਣੇ ਕੋਲ ਰੱਖ ਲਏ ਸਨ। ਉਸੇ ਸਮੇਂ ਬੁਲਾਇਆ ਗਿਆ ਤੇ ਇਤਿਹਾਸ ਅੰਦਰ ਜ਼ਿਕਰ ਆਉਂਦਾ ਕਿ ਪ੍ਰਿਥੀ ਚੰਦ ਉਸ ਸਮੇਂ ਇਸ਼ਨਾਨ ਕਰਦਾ ਪਿਆ ਸੀਗਾ। ਨਾਲ ਦੇ ਚੇਲੇ ਚਾਟੜੇ ਵੀ ਉਹ ਕੋਈ ਮਾਲਿਸ਼ ਕਰ ਰਿਹਾ ਸੀਗਾ, ਕੋਈ ਲਾਗੇ ਉਹਦੇ ਵਡਿਆਈ ਦੇ ਬਚਨ ਕਰ ਰਿਹਾ ਸੀ। ਜਦੋਂ ਸਤਿਗੁਰੂ ਜੀ ਵੱਲੋਂ ਭੇਜਿਆ ਹੋਇਆ ਸਿੱਖ ਗਿਆ ਤੇ ਉਹ ਸਮੇਂ ਕਹਿਣ ਲੱਗਾ ਕਿ ਮੈਂ ਇਹਦੇ ਬਾਅਦ ਵਿੱਚ ਆਵਣਾ ਹਾਂ। ਹਜ਼ੂਰ ਨੇ ਫਿਰ ਬਚਨ ਕਰਕੇ ਭੇਜਿਆ ਕਿ ਹੁਣੇ ਕੋਈ ਜ਼ਰੂਰੀ ਕੰਮ ਹੈ, ਹੁਣੇ ਆਵੋ ਸਾਡੇ ਕੋਲ, ਪਰ ਨਹੀਂ ਆਇਆ। ਫਿਰ ਸਾਧ ਸੰਗਤ ਜੀ ਜਦੋਂ ਕਾਲੀ ਦੇ ਨਾਲ ਚੱਲ ਕਰਕੇ ਆਇਆ ਨਾ ਕਿੰਨੀ ਦੇਰ ਬਾਅਦ, ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਪੁੱਛਿਆ ਕਿ ਜਿਹੜੇ ਦੋ ਪੱਤਰਕਾਂ ਪਹਿਲਾਂ ਸਿੱਖ ਲੈ ਕਰਕੇ ਆਏ ਸੀ ਕਿੱਥੇ ਹਨ? ਝੂਠ ਬੋਲ ਦਿੱਤਾ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਿ ਪਿਤਾ ਜੀ ਮੈਨੂੰ ਕੀ ਪਤਾ, ਮੈਂ ਇਹਨਾਂ ਪੱਤਰਕਾਵਾਂ ਦਾ ਕੀ ਕਰਨਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖ ਨੂੰ ਭੇਜਿਆ ਕਿ ਜਾਓ ਇਹਦੇ ਚੋਲੇ ਦੇ ਵਿੱਚੋਂ ਕੱਢ ਕਰਕੇ ਲੈ ਆਵੋ। ਘਰ ਗਏ, ਚੋਲੇ ਦੇ ਵਿੱਚੋਂ ਪਹਿਲੀਆਂ ਦੋ ਪੱਤਰਕਾਵਾਂ ਉਸੇ ਤਰ੍ਹਾਂ ਹੀ ਪਈਆਂ ਸਨ। ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲ ਲਿਆ ਕੇ ਜਦੋਂ ਸਾਹਮਣੇ ਦਿਖਾਈਆਂ ਤੇ ਉਸ ਸਮੇਂ ਸ਼ਰਮਿੰਦੇ ਹੋ ਕਰਕੇ ਮੂੰਹ ਨੀਵਾਂ ਕਰ ਲਿਆ, ਨੀਵੀਂ ਪਾ ਕੇ ਕੋਲ ਖੜ ਗਏ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਵਿਚਾਰ ਕੀਤੀ। ਬਾਬਾ ਬੁੱਢਾ ਸਾਹਿਬ ਜੀ ਆਦਿ ਗੁਰਸਿੱਖ ਸਤਿਗੁਰੂ ਜੀ ਦੇ ਕੋਲ ਹੱਥ ਜੋੜ ਕਰਕੇ ਖੜੇ ਨੇ। ਕਹਿਣ ਲੱਗੇ ਮਹਾਰਾਜ ਇਹ ਛੋਟੇ ਸਾਹਿਬਜ਼ਾਦਾ ਹੀ ਮਹਾਰਾਜ ਗੁਰਤਾ ਗੱਦੀ ਦੇ ਯੋਗ ਹਨ। ਗਰੀਬ ਨਵਾਜ ਸਤਿਗੁਰੂ ਜੀ ਨੇ ਫਿਰ ਸਾਧ ਸੰਗਤ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕੀਤੀ। ਘੁੱਟ ਕਰਕੇ ਛਾਤੀ ਦੇ ਨਾਲ ਲਾਇਆ। ਹਰ ਪ੍ਰਕਾਰ ਯੋਗ ਜਾਣ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਐਸੀ ਬਖਸ਼ਿਸ਼ ਕੀਤੀ। ਇਸ ਲਈ ਹਜ਼ੂਰ ਕਹਿੰਦੇ ਹਨ ਜੇ ਕੋ ਕਹੈ ਪਿੱਛੇ ਪਛਤਾਏ, ਜੇਕਰ ਕੋਈ ਕਹਿਣ ਦਾ ਯਤਨ ਵੀ ਕਰੇ ਤੇ ਫਿਰ ਬਾਅਦ ਵਿੱਚ ਪਛਤਾਤਾਪ ਕਰਨਾ ਪੈਂਦਾ ਹੈ। ਕੋਈ ਮੰਨਣ ਕਰਨ ਵਾਲਿਆਂ ਦੀ ਅਵਸਥਾ ਨੂੰ ਕਥਨ ਕਰ ਹੀ ਨਹੀਂ ਸਕਦਾ। ਕਿੰਨਾ ਗਿਆਨ ਪਰਮੇਸ਼ਰ ਨੇ ਉਹਨਾਂ ਨੂੰ ਬਖਸ਼ਿਸ਼ ਕੀਤਾ ਹੈ, ਕਿੰਨੀ ਨਿਮਰਤਾ ਦੀ ਦਾਤ ਉਹਨਾਂ ਨੂੰ ਪਰਮੇਸ਼ਰ ਨੇ ਬਖਸ਼ਿਸ਼ ਕੀਤੀ ਹੈ।
ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਚਾਰਨ ਕਰ ਰਹੇ ਹੈ, ਸਿੱਧੋ ਜੇਕਰ ਕੋਈ ਕਹਿਣ ਦਾ ਯਤਨ ਵੀ ਕਰੇਗਾ ਤੇ ਬਾਅਦ ਵਿੱਚ ਉਹਨੂੰ ਪਛਤਾਤਾਪ ਹੀ ਕਰਨਾ ਪਵੇਗਾ। ਕਾਗਦ ਕਲਮ ਨਾ ਲਿਖਣ ਹਾਰ। ਫਿਰ ਬੇਨਤੀ ਕੀਤੀ ਹੈ ਮਹਾਰਾਜ, ਜੇ ਰਸਨਾ ਤੋਂ ਕੋਈ ਬੋਲ ਕੇ ਨਹੀਂ ਕਥਨ ਕਰ ਸਕਦਾ ਤੇ ਮਹਾਰਾਜ ਸੱਚੇ ਪਾਤਸ਼ਾਹ ਕਾਗਜ਼ ਦੇ ਉੱਪਰ ਕਲਮ ਲੈ ਕਰਕੇ ਲਿਖ ਕੇ ਤਾਂ ਉਹਨਾਂ ਦੀ ਅਵਸਥਾ ਨੂੰ ਕਥਨ ਕੀਤਾ ਹੀ ਜਾ ਸਕਦਾ ਹੋਵੇਗਾ। ਹਜੂਰ ਕਹਿੰਦੇ ਕਾਗਜ਼ ਕਲਮ ਨਾ ਲਿਖਣ ਹਾਰ। ਹੇ ਸਿੱਧੋ, ਭਾਵੇਂ ਕੋਈ ਕਾਗਜ਼ ਲੈ ਲਵੇ, ਹੱਥ ਵਿੱਚ ਕਲਮ ਫੜ ਲਵੇ, ਫੇਰ ਵੀ ਉਹਨਾਂ ਗੁਰਮੁਖਾਂ ਦੀ ਅਵਸਥਾ ਨੂੰ ਕੋਈ ਕਥਨ ਨਹੀਂ ਕਰ ਸਕਦਾ। ਜੇ ਸਾਰੀ ਧਰਤੀ ਕਾਗਜ਼ ਰੂਪ ਹੋ ਜਾਵੇ, 7 ਸਮੁੰਦਰ ਸਿਆਹੀ ਰੂਪ ਹੋ ਜਾਣ, 18 ਭਾਰ ਬਨਸਪਤ ਤੇ ਕਲਮ ਰੂਪ ਹੋ ਜਾਵੇ, ਹਵਾ ਚਲਾਉਣ ਰੂਪ ਹੋ ਜਾਵੇ, ਫੇਰ ਵੀ ਤਿਨਾਂ ਗੁਰਮੁਖਾਂ ਦੀ ਅਵਸਥਾ ਨੂੰ ਕੋਈ ਕਥਨ ਨਹੀਂ ਕਰ ਸਕਦਾ। ਮੰਨੇ ਕਾ ਬਹਿ ਕਰਨ ਵਿਚਾਰ। ਮਹਾਰਾਜ ਸੱਚੇ ਪਾਤਸ਼ਾਹ ਫਿਰ ਕੌਣ ਉਹਨਾਂ ਗੁਰਮੁਖਾਂ ਦੀ ਅਵਸਥਾ ਨੂੰ ਕਥਨ ਕਰਦਾ ਹੈ? ਕੋਈ ਤਾਂ ਵਿਚਾਰਵਾਨ ਹੋਵੇਗਾ ਹੀ। ਗਰੀਬ ਨਵਾਜ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਸਤ ਸੰਗਤ ਦੇ ਵਿੱਚ ਬੈਠ ਕੇ ਵਿਚਾਰ ਕਰਦੇ ਹਨ, ਗੁਰੂ ਸ਼ਬਦ ਦੇ ਵਿਚਾਰਵਾਨ ਗੁਰਮੁਖ ਪਿਆਰੇ ਹੀ ਤਿੰਨਾਂ ਗੁਰਮੁਖਾਂ ਦੀ ਅਵਸਥਾ ਨੂੰ ਕਥਨ ਕਰਦੇ ਹੈ, ਪਰ ਸਮਗਰ ਫੇਰ ਵੀ ਅਵਸਥਾ ਕਥਨ ਨਹੀਂ ਕੀਤੀ ਜਾ ਸਕਦੀ। ਮੰਨੇ ਕਾ ਬਹਿ ਕਰਨ ਵਿਚਾਰ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਮੰਨਣ ਕੀਤਾ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਜਨ, ਜਿਨ੍ਹਾਂ ਨੇ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦਾ ਮੰਨਣ ਕੀਤਾ, ਤਿਨਾਂ ਦੇ ਗੁਰਮੁਖ ਪਿਆਰੇ ਵਿਚਾਰਵਾਨਾਂ ਨੇ ਹੀ ਸਤ ਸੰਗਤ ਵਿੱਚ ਬੈਠ ਕਰਕੇ ਉਹਨਾਂ ਦੀ ਵਿਚਾਰ ਕੀਤੀ ਹੈ। ਮੰਨੇ ਕਾ ਬਹਿ ਕਰਨ ਵਿਚਾਰ, ਜਿਨ੍ਹਾਂ ਨੇ ਇੱਕ ਮੁੱਠ ਹੋ ਕਰਕੇ, ਇੱਕ ਵਿਚਾਰ ਰੂਪ ਹੋ ਕਰਕੇ ਵਿਚਾਰ ਕੀਤੀ ਹੈ। ਅਸਲ ਦੇ ਵਿੱਚ ਉਹ ਪਰਮੇਸ਼ਰ ਦੇ ਨਾਮ ਦੇ ਮੰਨਣ ਦਾ ਇਹ ਵਿਚਾਰਾਂ ਕਰਦੇ ਹਨ ਕਿ ਕਿੰਨਾ ਵੱਡਾ ਮਹਾਤਮ ਹੈ। ਉਹ ਗੁਰਮੁਖ ਪਿਆਰੇ ਹਰ ਸਮੇਂ ਇਹੋ ਵਿਚਾਰ ਕਰਦੇ ਹੈ ਕਿ ਜੇ ਪਰਮੇਸ਼ਰ ਦੇ ਨਾਮ ਦਾ ਮੰਨਣ ਕੀਤਾ ਜਾਵੇ ਤੇ ਬਹੁਤ ਵੱਡਾ ਮਹਾਤਮ ਹੈ, ਮਹਾਨ ਵਡਿਆਈਆਂ ਪ੍ਰਾਪਤ ਹੁੰਦੀਆਂ ਨੇ, ਬਹੁਤ ਸਾਰਾ ਜਸ ਪ੍ਰਾਪਤ ਹੁੰਦਾ ਹੈ। ਐਸਾ ਨਾਮ ਨਿਰੰਜਨ ਹੋਏ। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਫਰਮਾਨ ਕੀਤਾ, ਐਸਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ, ਨਿਰੰਜਨ ਮਾਇਆ ਦੀ ਮੈਲ ਤੋਂ ਰਹਿਤ ਪਰਮਾਤਮਾ ਦਾ ਸ਼ੁੱਧ ਸਰੂਪ ਹੈ। ਏਕੋ ਮਨ ਜਾਣੈ ਮਨ ਕੋਏ। ਜੇਕਰ ਕੋਈ ਮੰਨਣ ਕਰਦਾ ਹੈ ਨਾ, ਮਹਾਰਾਜ ਸੱਚੇ ਪਾਤਸ਼ਾਹ ਹਜੂਰ ਫਰਮਾਉਂਦੇ ਨੇ, ਜੇ ਕੋ ਮਨ ਜਾਣੈ ਮਨ ਕੋਏ। ਮਨ ਕਰਕੇ ਕੋਈ ਵਿਰਲਾ ਹੀ ਗੁਰਮੁਖ ਪਿਆਰਾ ਹੈ ਜੋ ਪਰਮੇਸ਼ਰ ਦੇ ਨਾਮ ਦਾ ਮੰਨਣ ਕਰਦਾ ਹੈ। ਜੇ ਕੋ ਮਨ ਜਾਣੈ, ਜਿਨ੍ਹਾਂ ਨੇ ਮੰਨਣ ਕੀਤਾ ਉਹਨਾਂ ਨੇ ਪਰਮੇਸ਼ਰ ਦੇ ਸਰੂਪ ਨੂੰ ਜਾਣਿਆ ਹੈ। ਜਿਨ੍ਹਾਂ ਨੇ ਹਿਰਦੇ ਅੰਦਰ ਮੰਨਣ ਕੀਤਾ, ਪਹਿਲਾਂ ਮਨ ਮਮੇ ਤੇ ਟਿੱਪੀ ਦੇ ਨਾਲ ਉਚਾਰਨ ਕੀਤਾ, ਇਹ ਮੰਨਣ ਦਾ ਵਾਚਕ ਹੈ, ਤੇ ਦੂਸਰਾ ਉਚਾਰਿਆ ਹੈ ਜੇ ਕੋ ਮਨ ਜਾਣੈ ਮਨ ਕੋਏ। ਦੂਸਰਾ ਮਮੇ ਤੇ ਟਿੱਪੀ ਨਹੀਂ ਹੈ, ਉਹ ਮਨ ਪਾਠ ਮਨ ਦਾ ਵਾਚਕ ਹੈ। ਗਰੀਬ ਨਵਾਜ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਹੈ, ਸਿੱਧੋ ਜੇ ਕੋ ਮਨ ਜਾਣੈ ਮਨ ਕੋਏ। ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਮੰਨਣ ਕੀਤਾ, ਤਿੰਨਾਂ ਗੁਰਮੁਖਾਂ ਨੇ ਵਾਹਿਗੁਰੂ ਦੇ ਸਰੂਪ ਨੂੰ ਜਾਣਨਾ ਕੀਤਾ ਹੈ। ਸੋ ਇਸ ਪ੍ਰਕਾਰ ਸਾਧ ਸੰਗਤ ਜੀ ਇਸੇ ਪੌੜੀ ਦੇ ਅੰਤਰੀਵ ਭਾਵ ਵੀ ਹਨ। ਆਓ ਹੁਣ ਇਸੇ ਪ੍ਰਕਾਰ ਸਰਵਣ ਕਰੀਏ ਜੀ। ਮੰਨੇ ਕੀ ਗਤ ਕਹੀ ਨਾ ਜਾਏ। ਮਹਾਨ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ, ਜਿਨ੍ਹਾਂ ਨੇ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਅਤੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਜੋ ਸੂਰਜ ਪ੍ਰਕਾਸ਼ ਗ੍ਰੰਥ ਵੀ ਕਿਹਾ ਜਾਂਦਾ ਹੈ, ਕਾਵ ਰਚਨਾ ਛੰਦਾ ਬੰਦੀ ਦੇ ਵਿੱਚ ਸਤਿਗੁਰੂ ਜੀ ਦਾ ਪਾਵਨ ਇਤਿਹਾਸ ਨਿਰੂਪਣ ਕੀਤਾ। ਜੋ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਹੈ, ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦਾ ਪਵਿੱਤਰ ਜੀਵਨ ਉਹਦੇ ਵਿੱਚ ਛੰਦਾ ਬੰਦੀ ਵਿੱਚ ਕਥਨ ਕੀਤਾ ਹੈ। ਫਿਰ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਦਸਮ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਜੀਵਨ, ਜੋ ਸੂਰਜ ਪ੍ਰਕਾਸ਼ ਦੇ ਅੰਦਰ ਤਿਨਾਂ ਨੇ ਸਾਧ ਸੰਗਤ ਛੰਦਾਬੰਦੀ ਦੇ ਵਿੱਚ ਉਚਾਰਨ ਕੀਤਾ ਹੈ। ਐਸੇ ਮਹਾਨ ਕਵੀ
ਕਾਂਸ਼ੀ ਦੇ ਵਿੱਚ ਪੰਡਿਤਾਂ ਦੇ ਨਾਲ ਚਰਚਾ ਕਰਦਿਆਂ ਹੋਇਆਂ ਗਰਭਗੰਜਨੀ ਟੀਕਾ ਜਪਜੀ ਸਾਹਿਬ ਦਾ ਕੀਤਾ ਹੈ ਕਵੀ ਭਾਈ ਸੰਤੋਖ ਸਿੰਘ ਜੀ ਨੇ। ਤਿਨਾਂ ਨੇ ਵਿਆਕਰਣ ਦੇ ਅਨੁਸਾਰ ਸਾਧ ਸੰਗਤ ਜੀ ਇਸ ਪੌੜੀ ਦੇ ਅਰਥ ਕੀਤੇ ਹੈ। ਜਿਵੇਂ ਮਾਤਰਾਵਾਂ ਦੇ ਵਿੱਚੋਂ ਸਾਧ ਸੰਗਤ ਜੀ ਅੱਖਰਾਂ ਦੀਆਂ ਆਵਾਜ਼ਾਂ ਪ੍ਰਗਟ ਹੁੰਦੀਆਂ ਨੇ, ਉਹਨੂੰ ਵਿਆਕਰਣ ਅਨੁਸਾਰ ਅਰਥ ਕਿਹਾ ਜਾਂਦਾ ਹੈ। ਜਿਵੇਂ ਕੰਨੇ ਦੇ ਵਿੱਚੋਂ ਵੀ ਐੜੇ ਦੀ ਆਵਾਜ਼ ਨਿਕਲਦੀ ਹੈ, ਬਿਹਾਰੀ ਦੇ ਵਿੱਚੋਂ ਈੜੀ ਦੀ ਆਵਾਜ਼ ਨਿਕਲਦੀ ਹੈ, ਇਵੇਂ ਵਿਆਕਰਣ ਅਨੁਸਾਰ ਕਵੀ ਜੀ ਨੇ ਇਹ ਅਰਥ ਕੀਤੇ ਹੈ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ, ਫਿਰ ਪੜ੍ਹ ਦੋ। ਮੰਨੇ ਕੀ ਗਤ ਕਹੀ ਨਾ ਜਾਏ। ਕਵੀ ਜੀ ਨੇ ਇਹ ਕਥਨ ਕਰਨਾ ਕੀਤਾ, ਮੰਨੇ ਮਨ ਇਹ, ਇੱਥੇ ਜਿਹੜੀ ਲਾ ਹੈ ਇਹਦੇ ਵਿੱਚੋਂ ਈੜੀ ਸਾਧ ਸੰਗਤ ਜੀ ਨਿਕਲਦੀ ਹੈ। ਮਨ ਏਕ, ਜਿਨ੍ਹਾਂ ਨੇ ਇੱਕ ਪਰਮੇਸ਼ਰ ਦੇ ਨਾਮ ਦਾ ਮੰਨਣ ਕੀਤਾ, ਹਜੂਰ ਕਹਿੰਦੇ ਉਹਨਾਂ ਦੀ ਗਤੀ ਨੂੰ ਕਹਿਆ ਨਹੀਂ ਜਾ ਸਕਦਾ। ਜਿਨ੍ਹਾਂ ਨੇ ਕੇਵਲ ਇੱਕ ਪਰਮੇਸ਼ਰ ਦਾ ਹੀ ਮੰਨਣ ਕੀਤਾ, ਕੇਵਲ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਨੂੰ ਹੀ ਹਿਰਦੇ ਅੰਦਰ ਧਾਰਨ ਕਰਕੇ ਰੱਖਿਆ। ਜਿਵੇਂ ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਦੇ ਬਚਨ ਆਉਂਦੇ ਆ ਕਿ ਇੱਕ ਦਾ ਹੀ ਮੰਨਣ ਕਰਨਾ, ਇੱਕ ਦਾ ਜਾਪ ਕਰਨਾ, ਇੱਕੋ ਨੂੰ ਹੀ ਧਿਆਨ ਧਾਰਨਾ, ਇੱਕ ਪਰਮੇਸ਼ਰ ਨੂੰ ਹੀ ਸਰਬ ਵਿਆਪਕ ਸਮਝਣਾ। ਤਿਵੇਂ ਗੁਰਮੁਖ ਪਿਆਰਿਆਂ ਨੇ ਆਪਣੇ ਹਿਰਦੇ ਅੰਦਰ ਮੰਨਣ ਕੀਤਾ ਹੈ। ਸੁਖਮਨੀ ਸਾਹਿਬ ਪਾਵਨ ਬਾਣੀ ਵਿੱਚ ਬਚਨ ਪੜ੍ਹਦੇ ਹਾਂ, ਏਕੋ ਜਪ ਏਕੋ ਸਾਲਾਹੇ, ਏਕ ਸਿਮਰ ਏਕੋ ਮਨ ਆਹੇ, ਏਕ ਸਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ, ਏਕੋ ਏਕ ਏਕ ਹਰ ਆਪ, ਪੂਰਨ ਪੂਰ ਰਹਿਓ ਪ੍ਰਭ ਵਿਆਪ, ਅਨਕ ਵਿਸਥਾਰ ਏਕ ਤੇ ਭਏ, ਏਕ ਅਰਾਧ ਪਰਾਸ਼ਤ ਗਏ, ਮਨ ਤਨ ਅੰਤਰ ਏਕ ਪ੍ਰਭ ਰਾਤਾ, ਗੁਰ ਪ੍ਰਸਾਦ ਨਾਨਕ ਇੱਕ ਜਾਤਾ। ਕਿ ਪਰਮੇਸ਼ਰ ਦਾ ਨਾਮ, ਇੱਕ ਪਰਮੇਸ਼ਰ ਨੂੰ ਹੀ ਸਭ ਹਰ ਪ੍ਰਕਾਰ ਸਮਝਣਾ, ਇੱਕ ਪਰਮੇਸ਼ਰ ਦੀ ਸਰਬ ਕਲਾ ਸਮਰੱਥਾ ਸਮਝਣੀ, ਇੱਕ ਪਰਮੇਸ਼ਰ ਨੂੰ ਹੀ ਸਰਬ ਵਿਆਪਕ ਜਾਣਨਾ। ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਮਨ ਏਕ, ਲਾਂ ਦੇ ਵਿੱਚੋਂ ਈੜੀ ਨਿਕਲਦੀ ਹੈ, ਈੜੀ ਦੀ ਆਵਾਜ਼ ਨਿਕਲਣੇ ਕਰਕੇ ਜਿਨ੍ਹਾਂ ਨੇ ਇੱਕ ਦਾ ਮੰਨਣ ਕੀਤਾ, ਗਤ ਕਹੀ ਨਾ ਜਾਏ। ਤਿਨਾਂ ਦੀ ਮਰਜ਼ਾਦਾ ਨੂੰ, ਤਿਨਾਂ ਦੀ ਅਵਸਥਾ ਨੂੰ, ਤਿਨਾਂ ਦੇ ਗਤ ਗਿਆਨ ਨੂੰ ਕਥਨ ਕੀਤਾ ਹੀ ਨਹੀਂ ਜਾ ਸਕਦਾ। ਜਿਨ੍ਹਾਂ ਨੇ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦਾ ਮੰਨਣ ਕੀਤਾ ਹੈ, ਅਥਵਾ ਜਿਨ੍ਹਾਂ ਨੇ ਇੱਕ ਸਤਿਗੁਰੂ ਜੀ ਦੇ ਬਚਨ ਦਾ ਮੰਨਣ ਕਰ ਲਿਆ ਨਾ, ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਨੂੰ ਜੀਵਨ ਦੇ ਵਿੱਚ ਧਾਰਨ ਕੀਤਾ ਹੈ, ਕਦੇ ਵੀ ਸਤਿਗੁਰੂ ਜੀ ਦੇ ਬਚਨ ਨੂੰ ਹਿਰਦੇ ਵਿੱਚੋਂ ਵਿਸਾਰਿਆ ਨਹੀਂ। ਹਜੂਰ ਕਹਿੰਦੇ ਤਿੰਨਾਂ ਗੁਰਮੁਖਾਂ ਦੀ ਅਵਸਥਾ ਨੂੰ ਕਥਨ ਨਹੀਂ ਕੀਤਾ ਜਾ ਸਕਦਾ। ਜਿਵੇਂ ਸਤਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਹਰਿਰਾਜ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਜੀਵਨ ਦੇ ਵਿੱਚੋਂ ਇੱਕ ਸਾਖੀ ਆਉਂਦੀ ਹੈ। ਹਜੂਰ ਦੇ ਪਿਆਰੇ ਗੁਰਸਿੱਖ ਭਾਈ ਜੀਵਨ ਜੀ ਸਾਧ ਸੰਗਤ ਜਿਨ੍ਹਾਂ ਨੇ ਸਤਿਗੁਰੂ ਜੀ ਦੇ ਬਚਨਾਂ ਨੂੰ ਸਤ ਕਰਕੇ ਮੰਨਿਆ। ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ, ਭਾਈ ਭਗਤੂ ਜੀ ਦੇ ਪੁੱਤਰ ਸਨ, ਇੱਕ ਭਾਈ ਗੌਰਾ ਜੀ ਤੇ ਦੂਸਰੇ ਭਾਈ ਜੀਵਨ ਜੀ, ਜੋ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੇ ਬਚਨਾਂ ਦੇ ਨਾਲ ਭਾਈ ਭਗਤੂ ਜੀ ਦਾ ਜਨਮ ਹੋਇਆ ਹੈ। ਇਹ ਤਿੰਨਾਂ ਦੇ ਪੁੱਤਰ ਸਨ ਭਾਈ ਜੀਵਨ ਜੀ। ਸਤਿਗੁਰੂ ਜੀ ਦੀ ਸ਼ਰਨ ਦੇ ਵਿੱਚ ਰਹਿ ਕੇ ਸੇਵਾ ਸਿਮਰਨ ਕਰਦੇ, ਗੁਰੂ ਕੇ ਬਚਨਾਂ ਅਨੁਸਾਰ ਜੀਵਨ ਨਿਰਵਾਹ ਕਰਦੇ। ਐਸਾ ਮਹਾਨ ਉੱਚਾ ਸੁੱਚਾ ਜੀਵਨ ਸੀ ਭਾਈ ਜੀਵਨ ਜੀ ਦਾ। ਜ਼ਿਕਰ ਆਉਂਦਾ ਹੈ, ਇੱਕ ਵਾਰ ਕਿਸੇ ਬ੍ਰਾਹਮਣ ਦੇ ਸਾਧ ਸੰਗਤ ਜੀ ਪੁੱਤਰ ਚੜ੍ਹਾਈ ਕਰ ਗਿਆ ਤੇ ਉਸ ਸਮੇਂ ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਹਰਿਰਾਜ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਦੇ ਵਿੱਚ ਆਏ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਹਰਿਰਾਜ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਵਿੱਚ ਆਏ ਤੇ ਆ ਕੇ ਉਹ ਬ੍ਰਾਹਮਣ ਕਹਿਣ ਲੱਗਾ, ਮਹਾਰਾਜ ਮੇਰਾ ਪੁੱਤਰ ਜਿਉਂਦਾ ਕਰ ਦੇਵੋ। ਜੇ ਮਹਾਰਾਜ ਪੁੱਤਰ ਤੁਸਾਂ ਨੇ ਜਿਉਂਦਾ ਨਾ ਕੀਤਾ ਤੇ ਅਸੀਂ ਦੋਵੇਂ ਹੀ ਪਤੀ ਪਤਨੀ ਮਹਾਰਾਜ ਆਪਣੇ ਪ੍ਰਾਣ ਤਿਆਗ ਦੇਵਾਂਗੇ ਤੁਹਾਡੀ ਸ਼ਰਨ ਦੇ ਵਿੱਚ ਸਾਹਮਣੇ ਹੀ। ਤੇ ਸਤਿਗੁਰੂ ਜੀ ਨੇ ਵਚਨ ਕੀਤਾ ਕਿ ਭਾਈ ਪਰਮੇਸ਼ਰ ਦੀ ਇਹ ਰਚੀ ਹੋਈ ਰਚਨਾ ਹੈ,
ਅਕਾਲ ਪੁਰਖ ਪਰਮੇਸ਼ਰ ਨੂੰ ਭਾਵਦਾ ਹੀ ਇਵੇਂ ਹੈ, ਅਸੀਂ ਕਿਵੇਂ ਜਿਉਂਦਾ ਕਰ ਸਕਦੇ ਹਾਂ। ਤੇ ਫਿਰ ਉਹ ਬ੍ਰਾਹਮਣ ਤੇ ਬ੍ਰਾਹਮਣੀ ਕਹਿਣ ਲੱਗੇ, ਮਹਾਰਾਜ ਤੁਸੀਂ ਸਮਰੱਥ ਹੋ, ਇਹ ਸਤਿਗੁਰੂ ਜੀ ਆਪ ਜੀ ਹਰ ਪ੍ਰਕਾਰ ਕਰ ਸਕਦੇ ਹੋ, ਤੁਸੀਂ ਪਰਮੇਸ਼ਰ ਸਰੂਪ ਹੋ, ਤੇ ਮਹਾਰਾਜ ਸਾਡਾ ਪੁੱਤਰ ਜਿਉਂਦਾ ਕਰ ਦੇਵੋ, ਨਹੀਂ ਤੇ ਅਸੀਂ ਵੀ ਪ੍ਰਾਣ ਤਿਆਗ ਦੇਵਾਂਗੇ। ਇਉਂ ਵੈਰਾਗ ਵਿੱਚ ਆ ਕਰਕੇ ਤੇ ਇਹਨਾਂ ਦੀਆਂ ਬੇਨਤੀਆਂ ਸੁਣ ਕੇ ਸਿੱਖ ਵੀ ਨਾਲ ਮਿਲ ਕਰਕੇ ਕਹਿਣ ਲੱਗੇ, ਮਹਾਰਾਜ ਕਰ ਦੇਵੋ, ਤੁਹਾਡੇ ਤੋਂ ਕੁਝ ਲੁਕਿਆ ਥੋੜਾ, ਆਪ ਜੀ ਤਾਂ ਸਮਰੱਥ ਹੋ। ਸਤਿਗੁਰਾਂ ਨੇ ਫੇਰ ਵੀ ਬਚਨ ਕਰਕੇ ਟਾਲਿਆ, ਭਾਈ ਸਿੱਖੋ ਨਹੀਂ, ਪਰਮੇਸ਼ਰ ਦੀ ਰਜਾ ਹੈ, ਅਕਾਲ ਪੁਰਖ ਪਰਮੇਸ਼ਰ ਦਾ ਭਾਣਾ ਹੈ, ਪਰਮਾਤਮਾ ਦੀ ਰਜਾ ਦੇ ਵਿੱਚ ਕਦੇ ਦਖਲ ਅੰਦਾਜ਼ੀ ਨਹੀਂ ਸਾਨੂੰ ਦੇਣੀ ਚਾਹੀਦੀ। ਪਰ ਸਿੱਖ ਬਾਰ-ਬਾਰ ਸਾਰੇ ਪਾਸਿਓਂ ਬਹੁਤ ਭਾਰਾ ਦੀਵਾਨ ਸਜਿਆ ਹੋਇਆ ਸੀ, ਬਹੁ ਗਿਣਤੀ ਵੀ ਸਿੱਖ ਸੰਗਤਾਂ ਬੈਠੀਆਂ ਨੇ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਾਰੇ ਹੀ ਕਹਿਣ ਲੱਗੇ, ਸਾਰੇ ਪਾਸਿਓਂ ਆਵਾਜ਼ ਆਉਣ ਲੱਗੀ, ਮਹਾਰਾਜ ਤੁਸੀਂ ਕਰ ਸਕਦੇ ਹੋ, ਆਪ ਪੁੱਤਰ ਜਿਉਂਦਾ ਕਰ ਦੇਵੋ ਨਾ, ਇੱਕ ਦੇ ਬਦਲੇ ਨਹੀਂ ਤੇ ਫਿਰ ਮਹਾਰਾਜ ਦੋ ਹੋਰ ਮੌਤਾਂ ਹੋ ਜਾਣਗੀਆਂ, ਇਹਨਾਂ ਨੇ ਵੀ ਪ੍ਰਾਣ ਤਿਆਗ ਦੇਣੇ, ਇਹਦੇ ਬਦਲੇ ਮਹਾਰਾਜ ਚੰਗਾ ਇਹ ਹੋਵੇ ਕਿ ਪੁੱਤਰ ਜਿਉਂਦਾ ਕਰ ਦੇਵੋ ਸਾਂ। ਤੇ ਹਜ਼ੂਰ ਨੇ ਫਿਰ ਬੜੇ ਰੋਹ ਵਿੱਚ ਆ ਕਰਕੇ ਬਚਨ ਕੀਤੇ, ਸਿੱਖੋ ਠੀਕ ਹੈ, ਇਹ ਬ੍ਰਾਹਮਣ ਦਾ ਪੁੱਤਰ ਤਾਂ ਜਿਉਂਦਾ ਹੋ ਜਾਵੇਗਾ, ਪਰ ਇਹਦੇ ਬਦਲੇ ਇੱਕ ਨੂੰ ਫਿਰ ਆਪਣੇ ਪ੍ਰਾਣ ਤਿਆਗਣੇ ਪੈਣਗੇ, ਇਹਦੇ ਬਦਲੇ ਕੌਣ ਆਪਣਾ ਸਰੀਰ ਤਿਆਗੇਗਾ। ਤੇ ਸਾਧ ਸੰਗਤ ਜੀ ਸਾਰੇ ਪਾਸੇ ਨੀਵੀਆਂ ਪੈ ਗਈਆਂ, ਕਿਸੇ ਨੇ ਫਿਰ ਮੁਖ ਉੱਚਾ ਨਾ ਕੀਤਾ, ਸਭ ਨੇ ਨੀਵੀਆਂ ਪਾ ਲਈਆਂ ਕਿ ਜਿਵੇਂ ਦੀਵਾਨ ਦੇ ਵਿੱਚ ਕੋਈ ਹੁੰਦਾ ਹੀ ਨਹੀਂ, ਨਾ ਕੋਈ ਮੁਖ ਤੋਂ ਬੋਲਿਆ। ਸਭ ਨੇ ਜਦੋਂ ਨੀਵੀਆਂ ਪਾਈਆਂ ਤੇ ਭਾਈ ਜੀਵਨ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਦੀਵਾਨ ਦੇ ਵਿੱਚ ਪਿਛਲੇ ਪਾਸੇ ਬੈਠੇ ਸਨ, ਤੇ ਮਨ ਵਿੱਚ ਵਿਚਾਰ ਕੀਤੀ ਕਿ ਮਨਾ ਸਰੀਰ ਅੱਜ ਵੀ ਨਹੀਂ ਹੈ ਤੇ ਕੱਲ ਵੀ ਨਹੀਂ ਹੈ, ਪਤਾ ਨਹੀਂ ਕਿਹੜੇ ਵੇਲੇ ਇਹ ਮੌਤ ਹੋ ਜਾਣੀ ਹੈ, ਪਤਾ ਨਹੀਂ ਕਿਹੜੇ ਵੇਲੇ ਸਰੀਰ ਰੂਪੀ ਚੋਲਾ ਤਿਆਗ ਦੇਣਾ, ਤਿਆਗਣਾ ਤਾਂ ਇੱਕ ਦਿਨ ਹੈਗਾ ਹੀ ਹੈ, ਤੇ ਕਿਉਂ ਨਾ ਗੁਰੂ ਕਾ ਬਚਨ ਮੰਨ ਕੇ ਤਿਆਗਿਆ ਜਾਵੇ, ਜੀਵਨ ਸਫਲਾ ਹੋ ਜਾਵੇਗਾ। ਨਾਲ ਮਨ ਵਿੱਚ ਵਿਚਾਰ ਕੀਤੀ ਕਿ ਮਨਾ ਜਗ ਕੀ ਆਖੇਗਾ, ਜਗਤ ਦੇ ਲੋਕ ਕੀ ਆਖਣਗੇ ਕਿ ਗੁਰੂ ਕਾ ਬਚਨ ਮੰਨਣ ਵਾਲਾ ਕੋਈ ਇੱਕ ਵੀ ਸਿੱਖ ਨਹੀਂ ਭਰੇ ਹੋਏ ਦੀਵਾਨ ਦੇ ਵਿੱਚੋਂ। ਤੇ ਬਿਨਾਂ ਦੱਸੇ ਹੀ ਕਿਸੇ ਨੂੰ ਭਾਈ ਜੀਵਨ ਜੀ ਸਤਿਗੁਰੂ ਜੀ ਦੇ ਚਰਨਾਂ ਤੇ ਪਿੱਛੋਂ ਹੀ ਨਮਸਕਾਰ ਕਰਕੇ ਚਲੇ ਗਏ। ਜਪਜੀ ਸਾਹਿਬ ਗੁਰਬਾਣੀ ਦਾ ਪਾਠ ਕਰਕੇ ਅਰਦਾਸਾ ਸੋਧ ਕੇ ਤੇ ਸਾਧ ਸੰਗਤ ਆਪਣੇ ਸਰੀਰ ਦੇ ਉੱਪਰ ਕੱਪੜਾ ਲੈ ਕੇ ਸਰੀਰ ਤਿਆਗ ਦਿੱਤਾ। ਜਦੋਂ ਭਾਈ ਜੀਵਨ ਜੀ ਨੇ ਸਰੀਰ ਤਿਆਗਿਆ, ਉਸੇ ਸਮੇਂ ਹੀ ਭਰੇ ਹੋਏ ਦੀਵਾਨ ਦੇ ਵਿੱਚ ਜਿਹੜੀ ਲੋਥ ਪਈ ਸੀ ਨਾ ਬ੍ਰਾਹਮਣ ਦੇ ਪੁੱਤਰ ਦੀ, ਉਹ ਜਿਉਂਦਾ ਹੋ ਗਿਆ। ਉੱਠ ਕੇ ਸਤਿਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕੀਤੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਕਿਹੜੇ ਗੁਰਸਿੱਖ ਨੇ ਸਾਡਾ ਬਚਨ ਮੰਨਿਆ। ਤੇ ਸਾਰੇ ਦੇਖ ਕਰਕੇ ਹੈਰਾਨ ਸਨ ਕਿ ਦੀਵਾਨ ਦੇ ਵਿੱਚ ਉੱਠ ਕੇ ਤਾਂ ਕੋਈ ਗਿਆ ਨਹੀਂ ਸੀਗਾ, ਪਰ ਜਿਹੜਾ ਸਿੱਖ ਪਿੱਛੇ ਬੈਠਾ ਸੀ ਉਹਨੇ ਦੇਖਿਆ ਸੀ ਭਾਈ ਜੀਵਨ ਜੀ ਨੂੰ ਜਾਂਦਿਆਂ ਹੋਇਆਂ। ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਸੀ, ਮਹਾਰਾਜ ਹੋਰ ਕੋਈ ਨਹੀਂ, ਭਾਈ ਜੀਵਨ ਆਪ ਜੀ ਦਾ ਮਹਾਰਾਜ ਬਚਨ ਸੁਣ ਕੇ ਪਿੱਛੋਂ ਹੀ ਨਮਸਕਾਰ ਕਰਕੇ ਬਿਨਾਂ ਦੱਸੇ ਚਲਾ ਗਿਆ ਸੀਗਾ। ਹੇ ਸਤਿਗੁਰੂ ਜੀ, ਭਾਈ ਜੀਵਨ ਨੇ ਆਪ ਜੀ ਦਾ ਬਚਨ ਸਤ ਕਰਕੇ ਮੰਨਿਆ। ਤੇ ਮਹਾਰਾਜ ਸੱਚੇ ਪਾਤਸ਼ਾਹ ਇਤਿਹਾਸ ਕਹਿੰਦਾ ਕਿ ਬੜੇ ਕਾਹਲੀ ਦੇ ਨਾਲ ਸਤਿਗੁਰੂ ਜੀ ਗਏ ਜਿੱਥੇ ਭਾਈ ਜੀਵਨ ਜੀ ਨੇ ਸਰੀਰ ਛੱਡਿਆ ਸੀ। ਜਾ ਕਰਕੇ ਦੇਖਿਆ ਸਰੀਰ ਤੇ ਚਾਦਰਾ ਲਿਆ ਹੋਇਆ ਸੀ, ਜਦੋਂ ਚਾਦਰਾ ਲਾਇਆ ਤੇ ਸੱਚਖੰਡ ਪਿਆਨਾ ਕਰ ਗਏ ਸਨ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਜਨ ਕੀਤੇ ਬੜੇ ਰੋਹ ਵਿੱਚ ਆ ਕਰਕੇ, ਕਹਿਣ ਲੱਗੇ, ਸਿੱਖੋ ਸਾਡੇ ਪੁੱਤਰ ਦਾ ਸਰੀਰ ਤੁਸਾਂ ਨੇ ਲਿਆ ਹੈ, ਇਹ ਸਾਡਾ ਪੁੱਤਰ ਚੜ੍ਹਾਈ ਕਰ ਗਿਆ। ਗਰੀਬ ਨਵਾਜ ਸਤਿਗੁਰਾਂ ਨੇ ਫਿਰ ਸਾਧ ਸੰਗਤ ਵਰ ਵੀ ਬਹੁਤ ਦੇਣਾ ਕੀਤੇ ਕਿ ਤੇਰੀਆਂ ਕੁਲਾਂ ਦਾ ਉਧਾਰ ਹੋ ਗਿਆ, ਤੇਰਾ ਜੀਵਨ ਸਫਲ ਹੋ ਗਿਆ। ਭਾਈ ਜੀਵਨ ਤੂੰ ਸਾਡਾ ਬਚਨ ਸਿਰ ਮੱਥੇ ਮੰਨਿਆ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸੇ ਮਹਾਨ ਸਿੱਖ ਹਨ, ਉਹਨਾਂ ਦੀ ਗਤ ਮਰਜ਼ਾਦਾ ਨੂੰ ਕਥਨ ਨਹੀਂ ਕੀਤਾ ਜਾ ਸਕਦਾ, ਜੋ ਸਤਿਗੁਰੂ ਜੀ ਦੇ ਬਚਨ ਦਾ ਮੰਨਣ ਕਰ ਲੈਂਦੇ ਹਨ। ਤੇ ਜਿਨ੍ਹਾਂ ਨੇ ਇੱਕ ਪਰਮੇਸ਼ਰ ਦੇ ਨਾਮ ਦਾ ਹੀ ਮੰਨਣ ਕੀਤਾ ਹੈ, ਮੰਨੇ ਕੀ ਗਤ ਕਹੀ ਨਾ ਜਾਏ। ਹਜੂਰ ਕਹਿੰਦੇ ਹੈ ਸਿੱਧੋ, ਤਿਨਾਂ ਦੇ ਗਿਆਨ ਅਵਸਥਾ ਨੂੰ ਵੀ ਕੋਈ ਕਥਨ ਨਹੀਂ ਕਰ ਸਕਦਾ। ਜੇ ਕੋ ਕਹੈ ਪਿਛੈ ਪਛਤਾਏ। ਗਰੀਬ ਨਵਾਜ ਸਤਿਗੁਰੂ ਜੀ ਨੇ ਇਸ ਪੰਕਤੀ ਦੇ ਅੰਦਰ ਵੀ ਵਿਆਕਰਨ ਅਨੁਸਾਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਜੇ ਜੱਜੇ ਤੇ ਲਾਲ ਲੱਗੀ ਦੇ ਵਿੱਚੋਂ ਈੜੀ ਦੀ ਸਾਧ ਸੰਗਤ ਆਵਾਜ਼ ਨਿਕਲਦੀ ਹੈ, ਜੇ
ਕੋ ਤੇ ਕੱਕੇ ਤੇ ਹੋੜਾ ਜਿਹੜਾ ਉਹਦੇ ਵਿੱਚੋਂ ਊੜੇ ਦੀ ਆਵਾਜ਼ ਨਿਕਲਦੀ ਹੈ। ਵਿਆਕਰਨ ਅਨੁਸਾਰ ਜੇ ਇੱਕੋ ਕਹਿੰਦੇ ਹਨ ਜਿਹੜਾ ਇੱਕ ਓਕ ਤੇ ਊੜੇ ਤੇ ਜਿਹੜਾ ਹੋੜੇ ਦੀ ਆਵਾਜ਼ ਨਿਕਲਦੀ ਉਹਦੇ ਤੋਂ ਓਕ ਅਰਥ ਬਣਦਾ ਹੈ। ਅੱਗੇ ਕੱਕਾ ਲੱਗਾ ਹੋਇਆ। ਜੇ ਜ ਏਕ ਓਕ ਭਾਵ ਜਿਨ੍ਹਾਂ ਨੇ ਇੱਕ ਪਰਮੇਸ਼ਰ ਦੀ ਓਕ ਨਾਮ ਹੈ ਸਰੂਪ ਦਾ, ਸਰੂਪ ਰੂਪੀ ਘਰ ਨੂੰ ਜਿਨ੍ਹਾਂ ਨੇ ਪ੍ਰਾਪਤ ਕਰ ਲਿਆ। ਹਜੂਰ ਬਚਨ ਕਰਦੇ ਹਨ, ਫਿਰ ਪੜੋ ਇਹੀ ਪੰਕਤੀ। ਜੇ ਕੋ ਕਹੈ ਪਿਛੈ ਪਛੁਤਾਏ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਿੱਧ ਕਰਨ ਲੱਗੇ, ਮਹਾਰਾਜ ਕੋਈ ਨਾ ਕੋਈ ਵਾਸ਼ਨਾ ਤਾਂ ਫਿਰ ਉਹਨਾਂ ਸਿੱਖਾਂ ਦੇ ਮਨ ਵਿੱਚ ਰਹਿ ਜਾਂਦੀ ਹੋਵੇਗੀ। ਕੋਈ ਨਾ ਕੋਈ ਮਹਾਰਾਜ ਮਨ ਦੇ ਵਿੱਚ ਤ੍ਰਿਸ਼ਨਾ, ਕਿਸੇ ਪ੍ਰਕਾਰ ਦੀ ਵਾਸ਼ਨਾ ਤਾਂ ਹੋਵੇਗੀ ਹੀ। ਪਰ ਹਜੂਰ ਕਹਿੰਦੇ ਜੇ ਏਕ ਓਕ ਕਹਿੰਦੇ ਹਨ ਜਿਨ੍ਹਾਂ ਨੇ ਓਕ ਇੱਕ ਵਾਹਿਗੁਰੂ ਦੇ ਸਰੂਪ ਰੂਪੀ ਇੱਕ ਪਰਮੇਸ਼ਰ ਦੇ ਅਧਿਸ਼ਟਾਨ ਸਰੂਪ ਨੂੰ ਪ੍ਰਾਪਤ ਕਰ ਲਿਆ, ਪਿੱਛੇ ਪਛਤਾਏ, ਉਹਨਾਂ ਨੇ ਸਭ ਵਾਸ਼ਨਾਵਾਂ ਨੂੰ ਪਿੱਛੇ ਛੱਡ ਦਿੱਤਾ ਹੈ। ਕਿਸੇ ਪ੍ਰਕਾਰ ਦੀ ਮਨ ਵਿੱਚ ਉਹਨਾਂ ਨੇ ਵਾਸ਼ਨਾ ਨਹੀਂ ਧਾਰਨ ਕੀਤੀ, ਕਿਸੇ ਦੁਨੀਆ ਦੇ ਸੁੱਖ ਦੀ, ਕਿਸੇ ਪ੍ਰਕਾਰ ਵਿਸ਼ੇ ਸੁੱਖਾਂ ਦੀ, ਕਿਸੇ ਪ੍ਰਕਾਰ ਦੀ ਮਨ ਵਿੱਚ ਕੋਈ ਵਾਸ਼ਨਾ ਨਹੀਂ ਹੈ। ਕਿਉਂਕਿ ਵਾਸ਼ਨਾ ਦਾ ਬੱਝਾ ਹੀ ਮਨੁੱਖ ਜਗਤ ਅੰਦਰ ਜਨਮ ਧਾਰਨ ਕਰਦਾ ਹੈ। ਇਸ ਲਈ ਹੀ ਸਿੱਧੋ ਹਜੂਰ ਕਹਿਣ ਲੱਗੇ ਸਭ ਵਾਸ਼ਨਾਵਾਂ ਉਹਨਾਂ ਨੇ ਪਿੱਛੇ ਛੱਡ ਦਿੱਤੀਆਂ ਜਿਨ੍ਹਾਂ ਨੇ ਉਹ ਇੱਕ ਵਾਹਿਗੁਰੂ ਦੇ ਸਰੂਪ ਰੂਪੀ ਘਰ ਨੂੰ ਪਾ ਲਿਆ ਹੈ। ਕਾਗਦ ਕਲਮ ਨਾ ਲਿਖਣ ਹਾਰ। ਫਿਰ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਨੇ ਕਾਗਦ ਕਲਮ ਨਾ ਲਿਖਣ ਹਾਰ। ਸਤਿਗੁਰੂ ਜੀ ਨੂੰ ਬੇਨਤੀ ਕਰਦੇ ਹੈ ਮਹਾਰਾਜ, ਕਿਉਂਕਿ ਸਿੱਧ ਬੜੇ ਚਲਾਕ ਸਨ, ਕੋਈ ਨਾ ਕੋਈ ਸਵਾਲ ਕਰੀ ਜਾਂਦੇ ਨੇ ਚਲਾਕੀਆਂ ਨਾਲ ਕਿ ਕਿਸੇ ਸਵਾਲ ਦਾ ਜਵਾਬ ਨਾ ਆਵੇਗਾ ਤੇ ਸਤਿਗੁਰੂ ਜੀ ਦੀ ਹੇਠੀ ਹੋਵੇਗੀ, ਸਾਡੇ ਅੱਗੇ ਨਿਉ ਜਾਣਗੇ। ਤੇ ਫਿਰ ਅੰਤਰੀ ਭਾਵ ਦੇ ਵਿੱਚ ਵੀ ਜਿਵੇਂ ਜਿਵੇਂ ਸਵਾਲ ਕਰਦੇ ਹੈ ਕਿ ਮਹਾਰਾਜ ਕਿਸੇ ਪ੍ਰਕਾਰ ਦੀ ਮਨ ਵਿੱਚ ਉਹਨਾਂ ਦੇ ਕਾਲਕ ਹੋਵੇਗੀ, ਕਿਸੇ ਪ੍ਰਕਾਰ ਕੀਤੇ ਹੋਏ ਕਾਲੇ ਕਰਮ ਜਾਂ ਅਗਿਆਨ ਦੀ ਮਨ ਦੇ ਵਿੱਚ ਲਪਾਈ ਮਾਨਤਾ ਹੋਵੇਗੀ। ਪਰ ਹਜੂਰ ਕਹਿੰਦੇ ਕਾਗਦ, ਕਹਿੰਦੇ ਫਿਰ ਕੋਈ ਵਿਕਾਰਾਂ ਰੂਪੀ ਰੋਗ ਤਾਂ ਉਹਨਾਂ ਨੂੰ ਲੱਗਾ ਹੋਵੇਗਾ ਹੀ। ਹਜੂਰ ਕਹਿੰਦੇ ਕ ਗਾਦ ਆਗਦ, ਆਗਦ ਕਹਿੰਦੇ ਨੇ ਸਾਧ ਸੰਗਤ ਦੀ ਰੋਗੀ ਨੂੰ। ਕ ਆਗਦ ਕੀ ਰੋਗ ਉਹਨਾਂ ਨੂੰ ਲੱਗ ਸਕਦਾ ਹੈ? ਜਿਨ੍ਹਾਂ ਨੇ ਇੱਕ ਪਰਮੇਸ਼ਰ ਦੇ ਨਾਮ ਦਾ ਮੰਨਣ ਕੀਤਾ ਹੈ। ਕਿਸੇ ਪ੍ਰਕਾਰ ਦਾ ਕੋਈ ਰੋਗ ਨਹੀਂ, ਨਾ ਅਗਿਆਨ ਦਾ ਰੋਗ ਹੈ, ਨਾ ਮੋਹ ਦਾ ਰੋਗ ਹੈ, ਨਾ ਜੋ ਹੰਕਾਰ ਦਾ ਦੀਰਘ, ਕਿਸੇ ਪ੍ਰਕਾਰ ਦਾ ਕੋਈ ਰੋਗ ਨਹੀਂ ਹੈ। ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਮੰਨਣ ਕੀਤਾ ਹੈ। ਤੇ ਕਲਮ ਸਾਧ ਸੰਗਤ ਜੀ, ਜਿਹੜਾ ਕਲ ਕੀ ਹੈ, ਕਾਲਾ ਕੀ ਹੈ? ਅਗਿਆਨ। ਅਗਿਆਨ ਵੀ ਕਿਸੇ ਪ੍ਰਕਾਰ ਉਹਨਾਂ ਦੇ ਹਿਰਦੇ ਦੇ ਅੰਦਰ ਨਹੀਂ ਹੈ। ਤੇ ਕਲ ਕਾਲਾ ਕੀ ਹੈ? ਪਾਪ ਕਰਮ। ਪਾਪ ਕਰਮਾਂ ਦੀ ਮਲੀਨਤਾ ਵੀ ਉਹਨਾਂ ਦੇ ਅੰਦਰ ਨਹੀਂ ਹੈ। ਕਾਲੀ ਕੀ ਹੈ? ਅਵਿਦਿਆ। ਅਵਿਦਿਆ ਰੂਪ ਜਿਹੜੀ ਰਹਿਣ ਉਹ ਵੀ ਉਹਨਾਂ ਗੁਰਮੁਖਾਂ ਦੇ ਹਿਰਦੇ ਅੰਦਰ ਨਹੀਂ ਹੈ। ਮੋਹ ਨਾਮ ਹੈ ਮੋਹ ਦਾ, ਮੋਹ ਵੀ ਕਾਲਾ ਹੀ ਹੈ, ਇਹ ਡਾਢਾ ਕਾਲਕ ਦੇ ਨਾਲ ਭਰਿਆ, ਉਹ ਵੀ ਗੁਰਮੁਖਾਂ ਦੇ ਹਿਰਦੇ ਅੰਦਰ ਨਹੀਂ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਮੰਨਣ ਕੀਤਾ ਹੈ। ਫਿਰ ਇਹੀ ਪੰਕਤੀ ਪੜੋ। ਕਾਗਦ ਕਲਮ ਨਾ ਲਿਖਣ ਹਾਰ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਦੇ ਆ, ਕਹਿੰਦੇ ਮਹਾਰਾਜ ਜਿਵੇਂ ਜਗਤ ਦੇ ਲੋਕਾਂ ਦੇ ਕਰਮ ਲਿਖੇ ਜਾਂਦੇ ਆ, ਤਿਵੇਂ ਕੋਈ ਨਾ ਕੋਈ ਉਹਨਾਂ ਦੇ ਕਰਮ ਹਿਸਾਬ ਕਿਤਾਬ ਲਿਖੇ ਜਾਂਦੇ ਹੋਣਗੇ ਗੁਰਮੁਖਾਂ ਦੇ, ਤੇ ਧਰਮ ਰਾਜੇ ਦੇ ਦਰ ਤੇ ਉਹਨਾਂ ਦਾ ਵੀ ਹਿਸਾਬ ਹੁੰਦਾ ਹੋਵੇਗਾ। ਹਜੂਰ ਕਹਿੰਦੇ ਨਾ ਲਿਖਣ ਹਾਰ। ਜਿਹੜੇ ਚਿੱਤਰ ਤੇ ਗੁਪਤ ਆ ਨਾ, ਸਭ ਦੇ ਜੀਵਾਂ ਦੀ ਵੀਡੀਓ ਰਿਕਾਰਡਿੰਗ ਕਰਦੇ ਰਹਿੰਦੇ ਆ, ਚੰਗੇ ਤੇ ਮੰਦੇ ਕਰਮਾਂ ਨੂੰ ਲੇਖਾਂ ਨੂੰ ਲਿਖਦੇ ਰਹਿੰਦੇ ਆ। ਚਿੱਤਰ ਗੁਪਤ ਸਭ ਲਿਖਤੇ ਲੇਖਾ, ਹਰ ਪ੍ਰਕਾਰ ਦੇ ਚੰਗੇ ਮੰਦੇ ਜੀਵ ਦੇ ਕੀਤੇ ਹੋਏ ਕਰਮਾਂ ਨੂੰ ਲਿਖੀ ਜਾਂਦੇ ਆ। ਪਰ ਗੁਰਮੁਖ ਪਿਆਰਿਆਂ ਦੇ ਕਿਸੇ ਪ੍ਰਕਾਰ ਦੇ ਕੋਈ ਕਰਮਾਂ ਨੂੰ ਨਹੀਂ ਕੋਈ ਲਿਖਣਾ ਕਰਦਾ। ਧਰਮ ਰਾਜਾ ਵੀ ਉਹਨਾਂ ਦੇ ਕਰਮਾਂ ਵਾਲੀ ਜਿਹੜੀ ਫਾਹੀ ਹੈ ਸਾਧ ਸੰਗਤ ਜੀ, ਉਹ ਵੀ ਸਾਰੀ ਮਿਟਾ ਦੇਣਾ ਕਰਦਾ ਹੈ। ਔਰ ਇਸੇ ਪ੍ਰਕਾਰ ਹਜੂਰ ਦੇ ਬਚਨ ਆਉਂਦੇ ਆ ਨਾ, ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ। ਧਰਮ ਰਾਜਾ ਉਹ ਵਰਕਾ ਹੀ ਪਾੜ ਦਿੰਦਾ ਹੈ ਜਿਹਦੇ ਵਿੱਚ ਹਿਸਾਬ ਕਰਨਾ ਹੁੰਦਾ ਗੁਰਮੁਖਾਂ ਦੇ ਕਰਮਾਂ ਦਾ। ਇਸ ਪ੍ਰਕਾਰ ਹਜੂਰ ਕਹਿੰਦੇ ਨਾ ਲਿਖਣ ਹਾਰ, ਕੋਈ ਕਰਮ ਲਿਖਣ ਵਾਲਾ ਵੀ ਉਹਨਾਂ ਦਾ ਨਹੀਂ ਹੈ। ਕਿਉਂਕਿ ਨਿਸ਼ਕਰਮੀ ਹੋ ਕਰਕੇ ਤਿਨਾਂ ਨੇ ਜਗਤ ਅੰਦਰ ਜੀਵਨ ਨਿਰਵਾਹ ਕੀਤਾ। ਕਰਮ ਕਰਤ ਹੋਵੈ ਨਿਹਕਰਮ, ਕਰਮ ਕਰਦਿਆਂ ਹੋਇਆਂ ਵੀ ਨਿਹਕਰਮੀ ਬਣੇ ਹੈ। ਜੇ ਕਰਮ ਰੂਪੀ ਬੀਜ ਬੀਜ ਦਿੱਤਾ ਉਹਦਾ ਫਿਰ ਫਲ ਤਾਂ ਭੁਗਤਣਾ ਹੀ ਪੈਣਾ।
ਇਸ ਲਈ ਆਪਣਤ ਨੂੰ ਮਿਟਾ ਕੇ ਸੰਗਤਾ ਮਮਤਾ ਨੂੰ ਤਿਆਗ ਕੇ ਤਿਨਾਂ ਨੇ ਕਰਮ ਕਰਦਿਆਂ ਹੋਏ ਨਿਹਕਰਮੀ ਹੋ ਜਾਣਾ ਕੀਤਾ। ਕਦੇ ਆਪਣਾ ਆਪ ਜਣਾਉਂਦੇ ਹੀ ਨਹੀਂ ਹੈ ਕਿ ਅਸੀਂ ਗੁਰਬਾਣੀ ਪੜ੍ਹਦੇ ਹਾਂ, ਅਸੀਂ ਬਹੁਤਾ ਨਾਮ ਜਪਦੇ, ਅਸੀਂ ਸਿਮਰਨ ਕਰਦੇ ਨਹੀਂ। ਇਹ ਉਹ ਬਾਰ-ਬਾਰ ਬੇਨਤੀਆਂ ਕਰਦੇ ਨੇ, ਮਹਾਰਾਜ ਆਪ ਕਿਰਪਾ ਕਰਕੇ ਬਲ ਬਖਸ਼ਦੇ ਹੋ, ਮਹਾਰਾਜ ਆਪ ਕਿਰਪਾ ਕਰਕੇ ਉਦਮ ਬਖਸ਼ਦੇ ਹੋ, ਆਪ ਹੀ ਮਹਾਰਾਜ ਅੰਮ੍ਰਿਤ ਵੇਲੇ ਉਠਾਉਣ ਵਾਲੇ ਹੋ, ਆਪ ਹੀ ਮਹਾਰਾਜ ਨਿਤਨੇਮ ਗੁਰਬਾਣੀ ਦਾ ਜਾਪ ਕਰਾਉਣ ਵਾਲੇ ਹੋ, ਆਪ ਹੀ ਸੇਵਾ ਸਿਮਰਨ ਕਰਾਉਣ ਵਾਲੇ ਹੋ। ਮਹਾਰਾਜ ਸਾਡਾ ਕੀ ਪਰਮ ਬਲ ਹੋਇਆ, ਸਭ ਕੁਝ ਕਰਨ ਕਰਾਉਣ ਵਾਲੇ ਆਪ ਹੋ। ਇਉਂ ਆਪਣੇ ਤੇ ਕੋਈ ਕਰਮ ਲੈਂਦੇ ਹੀ ਨਹੀਂ ਹੈ, ਕਰਮ ਕਰਦਿਆਂ ਹੋਏ ਵੀ ਨਿਹਕਰਮੀ ਬਣ ਜਾਂਦੇ ਹੈ। ਇਸ ਲਈ ਪਾਤਸ਼ਾਹ ਕਹਿੰਦੇ ਹੈ ਸਿੱਧੋ ਨਾ ਲਿਖਣਹਾਰ, ਉਹਨਾਂ ਦਾ ਕਰਮ ਵੀ ਕੋਈ ਲਿਖਣ ਵਾਲਾ ਨਹੀਂ ਹੈ। ਐਸੇ ਅਲੇਖ ਵਾਹਿਗੁਰੂ ਦਾ ਸਰੂਪ ਹੋ ਜਾਂਦੇ ਹਨ। ਮੰਨੇ ਕਾ ਬਹਿ ਕਰਨ ਵਿਚਾਰ। ਤੇ ਸਾਧ ਸੰਗਤ ਇਹਦੇ ਵਿੱਚੋਂ ਵੀ ਜਿਹੜੀ ਨੰਨੇ ਤੇ ਲਾ ਲੱਗੀ ਹੋ, ਉਹਦੇ ਵਿੱਚੋਂ ਈੜੀ ਦੀ ਨਿਕਲਦੀ ਆਵਾਜ਼ ਨਿਕਲਦੀ ਹੈ। ਮਨ ਏਕ, ਮੰਨੇ ਕਾ ਤੇ ਕੱਕੇ ਨੂੰ ਕਨਾ, ਉਹਦੇ ਵਿੱਚੋਂ ਐੜੀ ਦੀ ਆਵਾਜ਼ ਨਿਕਲਦੀ ਹੈ। ਇਹ ਬਣ ਜਾਂਦਾ ਹੈ ਅਬਹਿ। ਅਬਹਿ ਨਾਮ ਅਵਿਨਾਸੀ ਦਾ, ਪਰਮੇਸ਼ਰ ਦਾ ਵਾਚਕ ਹੈ। ਜਿਨ੍ਹਾਂ ਨੇ ਇੱਕ ਪਰਮੇਸ਼ਰ ਦੇ ਨਾਮ ਦਾ ਮੰਨਣ ਕੀਤਾ ਹੈ ਤੇ ਇਹਨਾਂ ਨੇ ਅਵਿਨਾਸੀ ਪਰਮੇਸ਼ਰ ਸਰੂਪ ਹੀ ਹੋ ਜਾਣਾ ਕੀਤਾ। ਵਿਚਾਰ, ਉਹ ਗੁਰਮੁਖ ਪਿਆਰੇ ਵਿਚਾਰਵਾਨ ਹੋ ਕੇ ਅਵਿਨਾਸੀ ਪਰਮੇਸ਼ਰ ਪਰਮ ਸਰੂਪ ਹੀ ਹੋ ਗਏ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਮੰਨਣ ਕਰ ਲਿਆ ਹੈ। ਐਸਾ ਨਾਮ ਨਿਰੰਜਨ ਹੋਏ। ਐਸਾ ਪਰਮੇਸ਼ਰ ਦੇ ਨਾਮ ਦਾ ਸਾਧ ਸੰਗਤ ਜੀ ਮਹਾਨ ਮੰਨਣ ਦਾ ਮਹਾਤਮ ਹੈ। ਹਜੂਰ ਕਹਿੰਦੇ ਜਿਹੜਾ ਪਰਮੇਸ਼ਰ ਦੇ ਨਾਮ ਦਾ ਮੰਨਣ ਕਰ ਲੈਂਦਾ ਉਹ ਵੀ ਜਗਤ ਦੀ ਮਾਇਆ ਦੀ ਮਲ ਬਖੇਵ ਤੋਂ ਰਹਿਤ ਹੋ ਜਾਂਦਾ ਹੈ। ਪਰਮੇਸ਼ਰ ਦਾ ਨਾਮ ਸ਼ੁੱਧ ਸਰੂਪ ਹੈ, ਨਿਰੰਜਨ ਮਾਇਆ ਦੀ ਮਲ ਬਖੇਵ ਤੋਂ ਰਹਿਤ ਹੈ। ਜੇ ਕੋ ਮਨ ਜਾਣੈ ਮਨ ਕੋਏ। ਜਿਨ੍ਹਾਂ ਗੁਰਮੁਖਾਂ ਨੇ ਹਿਰਦੇ ਵਿੱਚ ਮੰਨਣ ਕੀਤਾ ਤਿਨਾਂ ਨੇ ਪਰਮੇਸ਼ਰ ਦੇ ਸਾਧ ਸੰਗਤ ਜੀ ਸਰੂਪ ਨੂੰ ਮਨ ਕਰਕੇ ਜਾਣਿਆ ਹੈ। ਜੇ ਕੋ ਮਨ ਜਾਣੈ, ਮੰਨਣ ਕਰਨ ਵਾਲਿਆਂ ਨੇ ਹੀ ਇਸ ਤਾਤ ਪਰਜ ਨੂੰ ਜਾਣਿਆ ਹੈ, ਇਸ ਸਿੱਖਿਆ ਨੂੰ ਜਾਣਨਾ ਕੀਤਾ, ਇਸ ਤੱਤ ਨੂੰ, ਇਸ ਸਿਧਾਂਤ ਨੂੰ ਸਮਝਿਆ ਹੈ। ਜਿਨ੍ਹਾਂ ਨੇ ਮਨ ਕਰਕੇ ਪਰਮੇਸ਼ਰ ਦੇ ਨਾਮ ਨੂੰ ਮੰਨਿਆ ਹੈ, ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਉਹ ਗੁਰਮੁਖ ਪਿਆਰੇ ਪਰਮੇਸ਼ਰ ਦੇ ਨਾਮ ਦੇ ਮਹਾਤਮ ਨੂੰ ਜਾਣਦੇ ਆ ਕਿ ਕਿੰਨਾ ਵੱਡਾ ਪਰਮੇਸ਼ਰ ਦੇ ਨਾਮ ਦਾ ਮਹਾਤਮ ਹੈ। ਪੂਰਾ ਤੇ ਸਮਗਰ ਤੇ ਕੋਈ ਕਥਨ ਕਰ ਨਹੀਂ ਸਕਦਾ, ਪਰ ਤਿਨਾਂ ਗੁਰਮੁਖਾਂ ਨੇ ਨਿਸ਼ਚੈ ਕਰਕੇ ਜਾਣਿਆ ਕਿ ਪਰਮੇਸ਼ਰ ਦੇ ਨਾਮ ਜੈਸਾ ਮਹਾਤਮ ਹੋਰ ਕਿਸੇ ਵੀ ਦੁਨੀਆ ਦੇ ਸਾਧਨ ਵਿੱਚ ਨਹੀਂ ਹੈ। ਭਾਵੇਂ ਲੱਖਾਂ ਹੀ ਸਾਧਨ ਸਾਧ ਕਰਕੇ ਦੇਖ ਲਵੇ, ਪਰ ਜੋ ਮਹਾਨ ਵਡਿਆਈ ਪਰਮੇਸ਼ਰ ਦੇ ਨਾਮ ਸਾਧਨ ਵਿੱਚ ਹੈ ਹੋਰ ਕਿਸੇ ਵੀ ਦੁਨੀਆ ਦੇ ਸਾਧਨ ਵਿੱਚੋਂ ਨਹੀਂ ਪ੍ਰਾਪਤ ਹੋਣ ਵਾਲੀ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਬਖਸ਼ਿਸ਼ ਕਰਨ ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੈ ਮਨ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਸਤਨਾਮ